ਜੋਰਾ 10 ਨੰਬਰੀਆਂ ਵਿੱਚ ਦੀਪ ਸਿੱਧੂ ਹੁਣੀ ਸੀਗੇ ਹੈ ਨਾ, ਸੋ ਉਹ ਉਹਨਾਂ ਨਾਲ ਕੰਮ ਕਰਨ ਦਾ ਕਿਵੇਂ ਐਕਸਪੀਰੀਅੰਸ ਸੀਗਾ, ਕਿੰਨੀ ਵਾਰ ਮੁਲਾਕਾਤ ਹੋਈ ਸੈੱਟ ਤੇ ਔਰ ਕਿਵੇਂ ਦਾ ਰਿਹਾ ਸੀ ਉਹ ਐਕਸਪੀਰੀਅੰਸ? ਬਸ ਇਹ ਕਹਿਣਾ ਕਿ ਨਹੀਂ ਥੋੜਾ ਜਿਹਾ ਚੇਂਜ ਕਰੋ ਸਕ੍ਰਿਪਟ ਨੂੰ ਸਰ, ਇੱਦਾਂ ਕਰੋ ਕੁਛ ਆਪਾਂ ਨਵੀਂ ਚੀਜ਼ ਕਰਦੇ ਹਾਂ। ਤੇ ਉਹ ਬਹੁਤ ਮਤਲਬ ਕਿ ਇੱਕ ਉਸ ਅੱਗ ਸੀ ਮਤਲਬ ਕੰਮ ਕਰਨ ਦੀ। ਤੇ ਆਈ ਥਿੰਕ ਮੈਨੂੰ ਨਹੀਂ, ਕਿਉਂਕਿ ਟ੍ਰੇਨਿੰਗ ਤੋਂ ਬਾਅਦ ਮੈਨੂੰ ਲੱਗਦਾ ਕਿ ਤੁਹਾਡਾ ਕੌਨਫੀਡੈਂਸ ਬੂਸਟ ਹੋ ਜਾਂਦਾ। ਤੇ ਹਾਂ ਉਹ ਹੈ ਮਤਲਬ ਕਿ ਇੱਦਾਂ ਹੈ ਕਿ ਬਿਲਕੁਲ ਸ਼ੁਰੂਆਤੀ ਦੌਰ ਦੇ ਵਿੱਚ ਥੋੜਾ ਜਿਹਾ ਹਿਚਕਿਚਾਹਟ ਜਿਹੀ ਆਉਂਦੀ ਹੈ, ਪਰ ਜਦੋਂ ਇੱਕ ਫਲੋ ਬਣ ਜਾਂਦਾ ਫਿਰ ਆਈ ਥਿੰਕ ਜ਼ਿਆਦਾ ਕੋਈ ਉਹ ਟੈਨਸ਼ਨ ਦੀ ਗੱਲ ਨਹੀਂ। ਉਹਨਾਂ ਸਾਹਮਣੇ ਐਕਟ ਕਰਨਾ ਤੇ ਚੀਜ਼ਾਂ ਕਰਨੀਆਂ, ਉਹ ਫਿਰ ਮੇਰੇ ਆਈ ਥਿੰਕ ਹਾਲੇ ਤੱਕ ਦਾ ਬਹੁਤ ਪ੍ਰਾਊਡ ਮੂਮੈਂਟ। ਸੋ ਜੌਨ ਦੇ ਨਾਲ ਪੈਰਲਰ ਤੁਹਾਡੇ ਮਤਲਬ ਸ਼ਾਟ ਜਿਹੜੇ ਹੈ ਸੀਨਸ ਹੈਗੇ ਆ ਉਹ ਵਧੀਆ ਸ਼ੂਟ ਹੋ ਰਿਹਾ, ਪੰਜਾਬ ਦੇ ਵਿੱਚ ਸ਼ੂਟ ਹੋ ਰਿਹਾ ਨਾ? ਹਾਂ, ਬੇਸਿਕਲੀ ਪਹਿਲਾਂ ਚੰਡੀਗੜ੍ਹ ਹੋਇਆ ਸੀਗਾ, ਫਿਰ ਪਟਿਆਲੇ, ਹੁਣ ਅੰਮ੍ਰਿਤਸਰ। ਤੇ ਹਾਂ ਮਤਲਬ ਕਿ ਪੰਜਾਬ ਦੇ ਏਰੀਆ 'ਚ ਬੇਸਿਕਲੀ ਹੋ ਰਿਹਾ। ਮਤਲਬ ਕਿ ਇੱਕ ਵਧੀਆ ਪ੍ਰੋਜੈਕਟ ਦੀ ਭਾਲ ਸੀ ਤੇ ਹੁਣ ਮੈਂ ਮਤਲਬ ਕੰਮ ਕਰਕੇ ਤੇ ਵਧੀਆ ਲੱਗ ਰਿਹਾ, ਹੁਣ ਲੱਗ ਰਿਹਾ ਕਿ ਹੁਣ ਕਰ ਸਕਦੇ, ਹੁਣ ਪਰਫੈਕਟ ਟਾਈਮ ਆ ਚੁੱਕਾ। ਪਰਫੈਕਟ ਟਾਈਮ ਮਤਲਬ ਇੱਦਾਂ ਕਦੇ ਮਨ 'ਚ ਉਹ ਨਹੀਂ ਰਹੀ ਕਿ ਹਾਂ ਜਲਦੀ ਕਰ ਲਈਏ। ਮੈਂ ਕਿਹਾ ਸਿੱਖਣਾ ਹੈ ਕਿ ਅਗਰ ਆਡੀਅנס ਸਾਹਮਣੇ ਤੁਸੀਂ ਪਹਿਲੀ ਵਾਰ ਆਓ ਤੇ ਉਹ ਕਹੇ ਕਿ ਹਾਂ ਬਈ ਕੋਈ ਚੀਜ਼ ਦੇਖੀ ਹੈ, ਕੋਈ ਚੀਜ਼ ਵਧੀਆ ਸਿਨੇਮਾ ਦੇਖਿਆ। ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਬਾਲੀਵੁੱਡ ਤੜਕਾ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਨੇਹਾ ਮਨਹਾਸ। ਅਕਸਰ ਜਦੋਂ ਅਸੀਂ ਦੇਖਦੇ ਹਾਂ ਕੋਈ ਸ਼ਖਸ ਥੀਏਟਰ ਜੁਆਇਨ ਕਰਦਾ ਹੈ, ਉਹ ਸਿਰਫ ਆਪਣਾ ਕੌਨਫੀਡੈਂਸ ਹੀ ਨਹੀਂ ਉੱਥੇ ਐਕਸਪਲੋਰ ਕਰਦਾ ਜਾਂ ਖੋਲ੍ਹਦਾ ਹੈ, ਉਹ ਇੱਕ ਕਹਿ ਸਕਦੇ ਹਾਂ ਅਸਲ ਕਲਾਕਾਰ ਜੋ ਹੈ ਬਣ ਜਾਂਦਾ, ਕਿਉਂਕਿ ਬਹੁਤ ਸਾਰੇ ਜ਼ਿੰਦਗੀ ਦੇ ਰੰਗ ਜਿਹੜਾ ਹੈ ਉਹ ਥੀਏਟਰ 'ਤੇ ਜਿਉਂਦਾ ਹੈ। ਉਸਨੂੰ ਤਾਲੀਆਂ ਲੋਕਾਂ ਦੀਆਂ ਸੁਣਾਉਂਦੀਆਂ ਹੈ, ਬਿਲਕੁਲ ਇੰਸਟੈਂਟ ਜਿਹੜੇ ਲੋਕਾਂ ਦੇ ਇੱਕ ਰਿਐਕਸ਼ਨ ਹੁੰਦਾ ਉਹਨੂੰ ਉਹ ਮਿਲਦਾ ਹੈ। ਔਰ ਥੀਏਟਰ ਤੋਂ ਸਿੱਖਿਆ ਹੋਇਆ ਆਰਟਿਸਟ ਕਦੇ ਵੀ ਕਿਤੇ ਮਾਰ ਜਿਹੀ ਨਹੀਂ ਖਾਂਦਾ। ਸੋ ਮੇਰੇ ਨਾਲ ਅੱਜ ਇੱਕ ਅਜਿਹੇ ਆਰਟਿਸਟ ਨੇ ਜੋ ਥੀਏਟਰ ਤੋਂ ਸਿੱਖੇ ਹੋਏ ਨੇ ਔਰ ਉਹਨਾਂ ਨੇ ਬਹੁਤ ਅੱਛੇ ਪ੍ਰੋਜੈਕਟਸ ਜਿਹੜੇ ਹੈ ਹੁਣ ਤੱਕ ਕੀਤੇ ਹੋਏ ਨੇ। ਜੋਰਾ 10 ਨੰਬਰੇ ਤੋਂ ਲੈ ਕੇ 21 ਸਰਫਰੋਸ਼ ਜਾਂ ਫਿਰ ਆਉਣ ਵਾਲੇ ਉਹਨਾਂ ਦੇ ਜਿਹੜੇ ਵੱਡੇ ਹਿੰਦੀ ਪ੍ਰੋਜੈਕਟਸ ਨੇ ਉਹ ਨੇ, ਔਰ ਖੁਦ ਵੀ ਉਹ ਡਾਇਰੈਕਟ ਕਰਦੇ ਨੇ। ਮੇਰੇ ਨਾਲ ਨੇ ਹੈਰੀ ਚੌਹਾਨ। ਹੈਰੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਸੁਣਾਓ? ਬਸ ਵਧੀਆ। ਜਿਵੇਂ ਮੈਂ ਕਿਹਾ ਕਿ ਜਦੋਂ ਇੱਕ ਥੀਏਟਰ ਤੇ ਜਿਹੜਾ ਆਰਟਿਸਟ ਥੀਏਟਰ ਵਿੱਚ ਜਾਂਦਾ ਹੈ ਨਾ, ਸੋ ਉਹ ਸਿਰਫ ਆਪਣਾ ਕੌਨਫੀਡੈਂਸ ਹੀ ਨਹੀਂ ਉੱਥੇ ਜਾ ਕੇ ਐਕਸਪਲੋਰ ਕਰਦਾ ਜਾਂ ਉਹਦਾ ਕੌਨਫੀਡੈਂਸ ਹੀ ਨਹੀਂ ਵੱਧਦਾ, ਬਲਕਿ ਬਹੁਤ ਸਾਰੇ ਰੰਗ ਜਿਹੜੇ ਦੇਖਦਾ ਹੈ ਨਾ, ਵੱਖਰੇ ਨਾਟਕ ਪਲੇ ਜਿਹੜੇ ਤੁਸੀਂ ਪਲੇ ਕਰਦੇ ਹੋ ਉੱਥੇ ਜਾ ਕੇ, ਹੈ ਨਾ। ਔਰ ਹਰ ਇੱਕ ਕਿਰਦਾਰ ਜਿਹੜਾ ਹੈ ਥੀਏਟਰ ਵਿੱਚ ਇਹ ਹੈ ਕਿ ਛੋਟੇ ਤੋਂ ਛੋਟਾ ਕਿਰਦਾਰ ਵੀ ਹੈ ਨਾ ਉਹ ਵੀ ਨੋਟਿਸ ਹੁੰਦਾ ਹੈ। ਕਈ ਵਾਰ ਅਸੀਂ ਫਿਲਮ ਦੇ ਵਿੱਚ ਸ਼ਾਇਦ ਨਾ ਨੋਟਿਸ ਕਰੀਏ, ਬਟ ਜਦੋਂ ਥੀਏਟਰ ਤੇ ਇੱਕ ਇਨਸਾਨ ਜਾਂਦਾ ਹੈ ਨਾ, ਉਹਦਾ ਥੋੜਾ ਜਿਹਾ ਰੋਲ ਵੀ ਜਿਹੜਾ ਹੈ ਉਹ ਲੋਕੀ ਉਸਨੂੰ ਨੋਟਿਸ ਕਰਦੇ ਔਰ ਉਸਨੂੰ ਬਹੁਤ ਐਪਰੀਸ਼ੀਏਟ ਕਰਦੇ ਹੈ। ਸੋ ਤੁਸੀਂ ਆਪਣਾ ਜਿਹੜਾ ਕਰੀਅਰ ਹੈ ਉਹ 2012 ਤੋਂ 14 ਤੱਕ ਹੈ ਨਾ, ਤੁਸੀਂ PU ਤੋਂ ਚੰਡੀਗੜ੍ਹ ਤੋਂ ਤੁਸੀਂ ਥੀਏਟਰ ਜਿਹੜਾ ਹੈ ਉਹਨੂੰ ਦਿੱਤਾ ਹੈ। ਤੁਹਾਡੇ ਨਾਲ ਜਗਜੀਤ ਸੰਧੂ ਹੋਣੀ ਹੈ ਨਾ, ਸਾਰੇ ਸੀਗੇ, ਤੁਸੀਂ ਬੈਚਮੇਟ ਰਹੇ ਹੋ। ਸੋ ਪਹਿਲੇ ਇਹ ਜਾਣਨਾ ਚਾਹੂੰਗੀ ਕਿ ਥੀਏਟਰ ਦਾ ਸਫ਼ਰ ਜਿਹੜਾ ਤੁਸੀਂ ਤੈਅ ਕੀਤਾ ਸੀਗਾ ਉਹ ਫਿਲਮਸ ਦੇ ਵਿੱਚ ਕਿੰਨਾ ਕੁ ਕੰਮ ਆਉਂਦਾ ਹੈ? ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਮਤਲਬ ਕਿ ਤੁਸੀਂ ਇੱਕ ਕਿਰਦਾਰ ਨੂੰ ਜੀਣੇ ਹੋ, ਚਾਹੇ ਉਹ ਫਿਲਮ ਹੈ, ਚਾਹੇ ਉਹ ਤੁਸੀਂ ਥੀਏਟਰ ਕਰ ਰਹੇ ਹੋ, ਕੋਈ ਵੀ ਕਰਾਫਟ ਕਰ ਰਹੇ ਹੋ, ਤਾਂ ਬੇਸਿਕਲੀ ਤੁਹਾਨੂੰ ਇੱਕ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਤੁਸੀਂ ਕਿੱਦਾਂ ਉਹ ਕਿਰਦਾਰ ਨੂੰ ਨਿਭਾਉਣਾ ਹੈ, ਕਿੱਦਾਂ ਮਤਲਬ ਕਿ ਉਹ ਮੰਨ ਲਓ ਕਿ ਕੋਈ ਅਸੀਂ ਕਿਰਦਾਰ ਕਰ ਰਹੇ ਹੋ, ਕਿੱਥੇ ਜੰਮਿਆ ਸੀ, ਉਹ ਕੀ ਕਰਦਾ ਸੀ, ਉਹ ਕਿੱਦਾਂ ਬੋਲੂਗਾ, ਬਿਲਡ ਕਿਵੇਂ ਹੋਇਆ, ਸਾਰਾ ਕਰੈਕਟਰ ਜਿਹੜਾ ਬਿਲਡ ਹੁੰਦਾ। ਤੇ ਬੇਸਿਕਲੀ ਜਦੋਂ ਆਪਾਂ ਸਾਰਾ ਪ੍ਰੋਸੈਸ ਕਰਦੇ ਹਾਂ ਥੀਏਟਰ ਦਾ, ਤੇ ਉਹਦੇ ਵਿੱਚ ਕੀ ਆਪਾਂ ਹੌਲੀ ਚੀਜ਼ਾਂ ਸਿੱਖਦੇ ਹਾਂ ਕਿ ਚਾਹੇ ਉਹ ਆਪਾਂ ਬੈਕ ਸਟੇਜ ਤੇ ਹੋਈਏ, ਬੈਕ ਸਟੇਜ ਛੋਟਾ ਕਿਰਦਾਰ ਮਿਲਿਆ ਹੋਵੇ, ਤੁਹਾਡੇ ਨਾਲ ਦਾ ਸਾਹਮਣੇ ਵਾਲਾ ਕਿਰਦਾਰ ਤੁਹਾਨੂੰ ਕਿਵੇਂ ਦੱਸ ਰਿਹਾ, ਇੱਕ ਤੁਸੀਂ ਨਾ ਲਾਈਵ ਪਰਫਾਰਮੈਂਸ ਦਿੰਦੇ ਹੋ। ਤੇ ਉਹ ਸਾਰਾ ਚੀਜ਼ ਪ੍ਰਿਪੇਅਰ ਹੋਣ ਨੂੰ ਮੰਨ ਲਓ ਇੱਕ ਪ੍ਰੋਡਕਸ਼ਨ ਕਹਿ ਸਕਦੇ ਆਪਾਂ, ਉਹ 3 ਜਾਂ 4 ਮਹੀਨੇ ਲੱਗਦੇ ਆ। ਤੇ ਉਦਾਂ ਹੀ ਸੇਮ ਪ੍ਰੋਸੈਸ ਫਿਲਮਸ ਦੇ ਵਿੱਚ ਹੈ ਕਿ ਉਹ ਤਾਂ ਪਹਿਲਾਂ ਪ੍ਰੀ ਪ੍ਰੋਡਕਸ਼ਨ ਹੁੰਦਾ, ਸਕ੍ਰਿਪਟ ਲਿਖੀ ਜਾਂਦੀ ਹੈ, ਫਿਰ ਕਿਰਦਾਰ ਲਿਖੇ ਜਾਂਦੇ ਉਹਦੇ ਵਿੱਚ, ਫਿਰ ਉਹੀ ਫਿਰ ਤੁਸੀਂ ਕੈਮਰੇ ਸਾਹਮਣੇ ਪਰਫਾਰਮ ਕਰਦੇ ਹੋ, ਫਿਰ ਪੋਸਟ ਪ੍ਰੋਡਕਸ਼ਨ ਹੁੰਦੀ ਹੈ। ਤਾਂ ਮੈਨੂੰ ਲੱਗਦਾ ਕਿ 100% ਬਹੁਤ ਜ਼ਰੂਰੀ ਹੈ ਜੇ ਤੁਸੀਂ ਵਧੀਆ ਕੰਮ ਕਰਨਾ ਚਾਹੁੰਦੇ ਹੋ ਫਿਲਮਸ ਦੇ ਵਿੱਚ। ਪਰ ਕਹਿੰਦੇ ਕਿ ਜਿਹੜਾ ਥੀਏਟਰ ਆਰਟਿਸਟ ਹੁੰਦਾ ਹੈ ਨਾ, ਅੱਜ ਕੱਲ੍ਹ ਹਰ ਕੋਈ ਜਿਹੜਾ ਹੈ ਉਹ ਚਾਹੇ ਕੁਛ ਦਿਨਾਂ ਦੀ ਚਾਹੇ ਕਹਿ ਲਈਏ ਕਿ ਕਲਾਸਿਸ ਲੈਂਦਾ ਹੈ ਨਾ, ਕੁਛ ਦਿਨਾਂ ਦਾ ਉਹ, ਪਰ ਕਈ ਤਾਂ ਹੁਣ ਅਸੀਂ ਦੇਖਦੇ ਹਾਂ ਕਿ ਥੀਏਟਰ ਜ਼ਿਆਦਾਤਰ ਕਿਤੇ ਆਰਟਿਸਟ ਹੀ ਆਉਂਦੇ ਹੈ ਨਾ। ਅਦਰਵਾਈਜ਼ ਉਹਨਾਂ ਨੂੰ ਕੁਝ ਦਿਨ ਦੀ ਕਹਿੰਦੇ ਕਿ ਤੁਸੀਂ ਇੰਨੇ ਦਿਨ ਕਲਾਸਿਸ ਲਗਾਓ, ਆਪਣੀਆਂ ਸਪੈਸ਼ਲ ਕੋਰਸ ਕਰੋ ਤੁਸੀਂ, ਉਸ ਤੋਂ ਬਾਅਦ ਤੁਸੀਂ ਜਿਹੜੇ ਆਓ, ਹੈ ਨਾ। ਬਟ ਇੱਦਾਂ ਹੁੰਦਾ ਹੈ ਕਿ ਜਿਹੜਾ ਥੀਏਟਰ ਆਰਟਿਸਟ ਹੈ ਨਾ, ਉਹ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਬੰਨਿਆ ਹੁੰਦਾ ਹੈ ਨਾ। ਜਿਵੇਂ ਜਦੋਂ ਪਰਫਾਰਮ ਕਰਦੇ ਆ ਸਟੇਜ ਤੇ, ਸਾਨੂੰ ਪਤਾ ਅਸੀਂ ਇੱਥੇ ਮਾਈਕ ਲੱਗੇ, ਆਪਾਂ ਇੱਥੇ ਜਾ ਕੇ ਖੜਨਾ ਹੈ ਨਾ। ਲਾਊਡ ਬਹੁਤ ਹੁੰਦਾ ਹੈ ਉਹਦਾ ਕਰੈਕਟਰ, ਉਹ ਐਕਸਪ੍ਰੈਸ਼ਨ ਕਿਉਂਕਿ ਲਾਈਵ ਆਡੀਅנס ਦਿੰਦੀ ਹੈ, ਉਹਨੂੰ ਐਕਸਪ੍ਰੈਸ਼ਨ ਹੋਰ ਜਿਹੜੇ ਲਾਊਡ ਦੇਣੇ ਪੈਂਦੇ ਆ। ਸੋ ਤੁਹਾਨੂੰ ਲੱਗਦਾ ਹੈ ਕਿ ਨੈਗੇਟਿਵ ਪੁਆਇੰਟ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਇੱਕ ਪੋਜ਼ਿਟਿਵ ਪੁਆਇੰਟ ਹੈ ਜਦੋਂ ਇੱਕ ਫਿਲਮ ਤੁਸੀਂ ਫੁੱਲ ਫੀਚਰਡ ਫਿਲਮ ਕਰਨੀ ਹੁੰਦੀ ਉਹਦੇ ਲਈ? ਹਾਂਜੀ,
ਬੇਸਿਕਲੀ ਕੀ ਹੈ ਕਿ ਪਹਿਲਾਂ ਜਿਹੜਾ ਥੀਏਟਰ ਹੁੰਦਾ ਸੀ ਉਹਦੇ ਵਿੱਚ ਤੁਸੀਂ ਬੇਸਿਕਲੀ ਉੱਚਾ ਤੁਹਾਨੂੰ ਬੋਲਣਾ ਪੈਂਦਾ ਸੀ। ਉਹਦਾ ਕਾਰਨ ਕੀ ਹੈ, ਚਾਹੇ ਉਹ ਗ੍ਰੀਕ ਥੀਏਟਰ ਹੁੰਦਾ ਸੀ, ਚਾਹੇ ਉਸ ਤੋਂ ਬਾਅਦ ਹੁੰਦਾ ਹੁਣ ਤੱਕ ਦਾ ਵੀ ਥੀਏਟਰ ਹੋ ਰਿਹਾ, ਕਿਉਂਕਿ ਆਡੀਅנס ਕਾਫੀ ਦੂਰ ਬੈਠੀ ਹੁੰਦੀ ਬਿਲਕੁਲ ਬਿਲਕੁਲ, ਤੇ ਉਹਦੇ ਵਾਸਤੇ ਜ਼ੋਰ ਲਾਣਾ ਪਊਗਾ। ਹੁਣ ਕੀ ਹੈ, ਹੁਣ ਚੇਂਜਸ ਆ ਗਏ ਹੈ। ਟੈਗੋਰ ਥੀਏਟਰ ਹੈ ਜਾਂ ਕੋਈ ਵੀ ਜਿਵੇਂ ਜਿੱਥੋਂ ਅਸੀਂ ਟ੍ਰੇਨਿੰਗ ਲਈ ਹੈ ਹਨਾ, ਸਟੂਡੀਓ ਥੀਏਟਰ ਹੁੰਦੇ ਸੀ, ਉਹਦੇ ਵਿੱਚ ਕੀ ਆਪਾਂ ਜਿਵੇਂ ਨੋਰਮਲ ਗੱਲ ਕਰ ਰਹੇ ਹਾਂ ਇਦਾਂ ਹੀ ਬੋਲਦੇ ਹਾਂ। ਤੇ ਇੱਕ ਕੁਛ ਨਾ ਟੈਕਨੀਕਸ ਹੁੰਦੀਆਂ ਨੇ ਬੇਸਿਕਲੀ, ਜਦੋਂ ਤੁਹਾਨੂੰ ਥੀਏਟਰ ਵਿੱਚ ਕੀ ਹੈ ਕਿ ਤੁਹਾਨੂੰ ਇਹ ਪਤਾ ਹੋਊਗਾ ਮੈਂ ਕਿਰਦਾਰ ਨੂੰ ਕਿੱਦਾਂ ਬਣਾਉਣਾ ਹੈ ਹਨਾ, ਕਿੱਦਾਂ ਮੈਥਡਸ ਹੁੰਦੇ ਆ ਉਹਦੇ, ਟੈਕਨੀਕਸ ਹੁੰਦੀਆਂ। ਉਹੀ ਮਤਲਬ ਟੈਕਨੀਕਸ ਤੁਹਾਨੂੰ ਕਿਰਦਾਰ ਬਣਾ ਲਿਆ, ਪਰ ਤੁਹਾਨੂੰ ਜਦੋਂ ਫਿਲਮ ਮੇਕਿੰਗ ਉਹਦੇ ਵਿੱਚ ਤੁਹਾਨੂੰ ਥੋੜਾ ਸਿੱਖਣਾ ਪੈਂਦਾ ਟੈਕਨੀਕਸ ਨੂੰ। ਕਿ ਮੰਨ ਲਓ ਕਿ ਇੱਕ ਕਿਰਦਾਰ ਕੀਤਾ ਆਪਾਂ ਥੀਏਟਰ ਵਿੱਚ, ਉਹ ਸ਼ੁਰੂ ਹੋਇਆ ਚਾਹੇ ਘੰਟਾ ਆ, 1.5 ਘੰਟਾ ਆ, ਉਹਨੇ ਲਾਈਵ ਪਰਫਾਰਮੈਂਸ ਕਰਨੀ, ਕੋਈ ਬ੍ਰੇਕ ਨਹੀਂ। ਹੁਣ ਕੀ ਹੈ, ਜਦੋਂ ਆਪਾਂ ਫਿਲਮ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਇੱਕ ਸ਼ਾਟ ਦਿੱਤਾ, ਫਿਰ ਉਹਦਾ ਕਲੋਜ਼ਅਪ ਲੱਗਣਾ, ਫਿਰ ਸਾਈਡ ਪ੍ਰੋਫਾਈਲ ਲੱਗਣੀ ਹੈ। ਤਾਂ ਮਤਲਬ ਕਿ ਉਹਦੀ ਟੈਕਨੀਕ ਤੁਸੀਂ ਇਹ ਕਰ ਸਕਦੇ ਹੋ, ਤੁਸੀਂ ਮਤਲਬ ਅਸਿਸਟ ਕਰਕੇ ਫਿਲਮਸ ਨੂੰ, ਜਾਂ ਫਿਰ ਐਸੇ ਕਰਾਫਟ ਦੇ ਉੱਤੇ ਕੁਛ ਨਾ ਕੁਛ ਕੰਮ ਕਰਕੇ ਹਨਾ, ਉਸ ਨਾਲ ਕਿ ਤੁਸੀਂ ਆਰਾਮ ਨਾਲ ਮਤਲਬ ਉਹ ਚੀਜ਼ ਕਰ ਸਕਦੇ ਹੋ। ਥੀਏਟਰ ਤੋਂ ਉਹ ਚੀਜ਼ ਕਰਨੀ ਪਊਗੀ ਤਾਂ ਉਸੇ ਆਸਾਨ ਹੋ ਜਾਂਦੀ ਹੈ। ਮਤਲਬ ਕਿ ਮੇਰੇ ਵਾਸਤੇ ਇਹ ਹੈ ਕਿ ਚਾਹੇ ਤੁਸੀਂ ਸੀਰੀਅਲ ਕਰ ਰਹੇ ਹੋ, ਚਾਹੇ ਤੁਸੀਂ ਫਿਲਮ ਕਰ ਰਹੇ ਹੋ, ਚਾਹੇ ਵੈਬ ਸੀਰੀਜ਼ ਕਰ ਰਹੇ ਹੋ, ਚਾਹੇ ਪਲੇ ਕਰ ਰਹੇ ਹੋ, ਜੇ ਤੁਹਾਨੂੰ ਪਤਾ ਹੈ ਕਿ ਐਜ਼ ਐਨ ਐਕਟਰ ਤੁਹਾਡਾ ਕੰਮ ਕੀ ਹੈ, ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਬਟ ਸਟਾਰਟਿੰਗ ਡੇਜ਼ ਦੇ ਵਿੱਚ ਜਦੋਂ ਤੁਸੀਂ ਸਭ ਤੋਂ ਪਹਿਲੀ ਫਿਲਮ ਤੁਸੀਂ ਜੋਰਾ 10 ਨੰਬਰਿਆ ਕੀਤੀ ਹੈ ਨਾ, ਦੀਪ ਸਿੱਧੂ ਹੋਣਾ ਨਾਲ, ਤੇ ਜਦੋਂ ਉਹ ਫਿਲਮ ਕੀਤੀ, ਕਿਉਂਕਿ ਥੀਏਟਰ ਦੇ ਵਿੱਚ ਹੈ ਕਿ ਤੁਸੀਂ, ਤੁਹਾਨੂੰ ਕੋਲ ਜਿੱਦਾਂ ਤੁਸੀਂ ਦੱਸ ਰਹੇ ਹੋ 1 ਘੰਟੇ ਦਾ ਚਾਹੇ ਹੈ ਨਾ ਇੱਕ ਪੂਰਾ ਸ਼ੋਅ ਹੈਗਾ ਹੈ ਨਾ ਤੁਹਾਡਾ, ਉਹ ਤੁਸੀਂ ਪਰਫਾਰਮ ਕਰ ਰਹੇ ਹੋ। ਬਟ ਜਿੱਦਾਂ ਕਿ ਚਲੋ ਇੱਕ ਸੀਨ ਹੋ ਗਿਆ ਫਿਲਮ ਦੇ ਸੈੱਟ ਤੇ ਹੈ ਨਾ, ਉਹਦੀ ਪਹਿਲੇ ਸਾਹਮਣੇ ਉਹ ਫਰੰਟ ਜਿਹੜੀ ਹੈ ਲੁੱਕ ਤੁਸੀਂ ਦਿੱਤੀ ਹੈ, ਫਿਰ ਸਾਈਡ ਤੋਂ ਐਕਸਪ੍ਰੈਸ਼ਨ ਜਿਹੜੇ ਦਿੱਤੇ ਜਾ ਰਹੇ ਆ, ਕਿ ਉਹ ਕੰਟੀਨਿਊਟੀ ਬਣਦੀ ਹੁੰਦੀ ਸੀ ਜਾਂ ਫਿਰ ਥੋੜਾ ਜਿਹਾ ਉਹਦੇ ਵਿੱਚ ਦਿੱਕਤ ਆਉਂਦੀ ਹੁੰਦੀ ਸੀ? ਸਟਾਰਟਿੰਗ ਦੇ ਵਿੱਚ ਕੀ ਹੋਇਆ ਕਿ ਮੈਂ ਬੇਸਿਕਲੀ ਕੀ ਸੀ, ਮੈਂ ਅਸਿਸਟ ਵਗੈਰਾ ਕੀਤਾ, ਕੁਛ ਨਾ ਕੁਛ ਕੋਈ ਵੀ ਪ੍ਰੋਜੈਕਟ ਆਣਾ, ਚਾਹੇ ਉਹ ਸੌਂਗ ਹੈ ਚਾਹੇ ਉਹ ਫਿਲਮ ਹੈ, ਤੇ ਉਹਦੇ ਕਰਕੇ ਮੈਨੂੰ ਜ਼ਿਆਦਾ ਲੱਗਿਆ ਨਹੀਂ, ਕਿਉਂਕਿ ਡਾਇਰੈਕਟਰ ਅਮਰਦੀਪ ਗਿੱਲ ਜੀ ਉਹਨਾਂ ਮਤਲਬ ਕਾਫੀ ਦੋਸਤਾਨਾ ਹੋ ਰਿਹਾ। ਤੇ ਨਹੀਂ, ਕਿਉਂਕਿ ਉਹਨਾਂ ਨੇ ਸਮਝਾਇਆ ਨਾ ਸੋਹਣਾ ਸੀਗਾ ਕਿ ਤੁਸੀਂ ਖੜੇ ਹੋ, ਤੁਸੀਂ ਬਸ ਹੁਣ ਇੰਨਾ ਕੁ ਮਤਲਬ ਕਿ ਤੁਹਾਡਾ ਕਲੋਜ਼ਅਪ ਲੱਗੂਗਾ, ਤੁਸੀਂ ਇੰਨਾ ਡਾਇਲੋਗ ਬੋਲਣਾ ਹੈ ਤੇ ਤੁਸੀਂ ਨਿਭਾਉਣਾ ਹੈ। ਤੇ ਆਈ ਥਿੰਕ ਮੈਨੂੰ ਨਹੀਂ, ਕਿਉਂਕਿ ਟ੍ਰੇਨਿੰਗ ਤੋਂ ਬਾਅਦ ਮੈਨੂੰ ਲੱਗਦਾ ਕਿ ਤੁਹਾਡਾ ਕੌਨਫੀਡੈਂਸ ਬੂਸਟ ਹੋ ਜਾਂਦਾ। ਤੇ ਹਾਂ ਉਹ ਹੈ ਮਤਲਬ ਕਿ ਇੱਦਾਂ ਹੈ ਕਿ ਬਿਲਕੁਲ ਸ਼ੁਰੂਆਤੀ ਦੌਰ ਦੇ ਵਿੱਚ ਥੋੜਾ ਜਿਹਾ ਹਿਚਕਿਚਾਹਟ ਜਿਹੀ ਆਉਂਦੀ ਹੈ, ਪਰ ਜਦੋਂ ਇੱਕ ਫਲੋ ਬਣ ਜਾਂਦਾ ਫਿਰ ਆਈ ਥਿੰਕ ਜ਼ਿਆਦਾ ਕੋਈ ਉਹ ਟੈਨਸ਼ਨ ਦੀ ਗੱਲ ਨਹੀਂ। ਦੂਸਰੀ ਗੱਲ, ਪਹਿਲੇ ਕਹਿੰਦੇ ਸੀ ਕਿ ਥੀਏਟਰ ਆਰਟਿਸਟ ਨੂੰ ਮੌਕਾ ਨਹੀਂ ਮਿਲਦਾ, ਬਟ ਮੈਨੂੰ ਲੱਗਦਾ ਕਿ ਹੁਣੇ ਜਿਹੜੇ 4-5 ਸਾਲ ਹੈਗੇ ਆ ਹਨਾ, ਪਿਛਲੇ ਕੁਝ ਸਾਲਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਅੱਛੇ ਆਰਟਿਸਟ ਜਿਹੜੇ ਹੈਗੇ ਉਹ ਥੀਏਟਰ ਦੇ ਐਸਟੈਬਲਿਸ਼ ਹੋ ਚੁੱਕੇ ਆ ਇੰਡਸਟਰੀ ਦੇ ਵਿੱਚ, ਹਨਾ। ਸਿਰਫ ਹੁਣ ਇਹ ਨਹੀਂ ਕਿ ਸਿਰਫ ਕਰੈਕਟਰ ਆਰਟਿਸਟ ਹੀ ਹੈਗੇ ਆ ਹਨਾ, ਕਿ ਕਰੈਕਟਰ ਮਿਲ ਜਾਂਦਾ ਬਸ ਉਹ ਕਰ ਲੈਂਦੇ ਆ ਆਪਣਾ ਛੋਟਾ ਜਿਹਾ, ਬਟ ਹੁਣ ਕਿ ਫੁੱਲ ਫਲੈਜ ਜਿਹਦਾ ਜਗਜੀਤ ਸੰਧੂ ਹੁਣੀ ਹੋ ਗਏ ਹਨਾ, ਤਿਲੇਸ਼ ਕੁਮਾਰ, ਤੁਸੀਂ ਸਾਰੇ ਇਕੱਠੇ ਬੈਚਮੈਂਟ ਜਿਵੇਂ ਮੈਂ ਕਿਹਾ ਕਿ ਰਹੇ ਹੋ, ਤੇ ਅੱਛੀ ਫਿਲਮ ਜਿਹੜੇ ਅੱਛੇ ਪ੍ਰੋਜੈਕਟਸ ਕਰ ਰਹੇ ਆ। ਸੋ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਯਾਰ ਕਿ ਚਾਂਸ ਨਹੀਂ ਮਿਲਦਾ ਹੈ ਥੀਏਟਰਸ ਵਾਲਿਆਂ ਨੂੰ। ਕੀ ਹੁਣ ਹੋਇਆ ਕੀ ਹੈ ਬੇਸਿਕਲੀ, ਜਦੋਂ ਪਹਿਲਾਂ ਸਿਨੇਮਾ ਆਇਆ ਸੀ ਨਾ, ਉਦੋਂ ਜਦੋਂ ਸੱਤਿਆ ਵਗੈਰਾ ਆਈ ਸੀ, ਮਨੋਜ ਵਾਜਪਾਈ ਜੀ ਹੁਣੀ ਹੁੰਦੇ ਸੀ, ਉਦੋਂ ਕੀ ਸੀ, ਉਦੋਂ ਕਮਰਸ਼ੀਅਲ ਸਿਨੇਮਾ ਬਹੁਤ ਅੱਗੇ ਸੀਗਾ, ਉਹ ਹਲੇ ਜਗ੍ਹਾ ਬਣਾ ਰਹੀ ਸੀ ਹਨਾ। ਹੁਣ ਕੀ ਹੈ, ਹੌਲੀ ਜਦੋਂ ਹੁਣ ਆਪਣਾ ਕੋਵਿਡ ਤੋਂ ਬਾਅਦ ਵੈਬ ਸ਼ੋਅ ਇੰਨੇ ਆ ਗਏ, ਮਤਲਬ ਲੋਕਾਂ ਨੇ ਸਭ ਤੋਂ ਰੀਅਲਿਸਟਿਕ ਚੀਜ਼ਾਂ ਕਰਨੀਆਂ ਸ਼ੁਰੂ ਕਰਤੀਆਂ, ਤੇ ਹੁਣ ਉਹ ਇੱਕ ਦੌਰ ਹੁਣ ਆ ਚੁੱਕਿਆ ਕਿ ਜਿਹੜਾ ਵਿੱਚ ਹੁਣ ਥੀਏਟਰ ਕਹਿ ਲਓ ਜਾਂ ਜਿਵੇਂ ਰੀਅਲਿਜ਼ਮ ਕਹਿ ਲਓ, ਜਾਂ ਜੋ ਆਪਾਂ ਪਹਿਲਾਂ ਕੌਣ ਹੀਰੋ ਹੁੰਦਾ ਸੀ ਕਿ ਮੁੰਡਾ ਫੋਰਨ ਗਿਆ ਹੋਇਆ ਹਨਾ, ਉਹ ਐਪ ਸੂਪਸ ਨੇ, ਇਹ ਸਾਰਾ ਸਿਸਟਮ ਹੈ। ਹੁਣ ਕੀ ਹੈ, ਹੁਣ ਹੀਰੋ ਕੌਣ ਹੁੰਦਾ, ਜਿਹੜਾ ਮਤਲਬ ਕਿ ਚਾਹੇ ਉਹ ਦੁਕਾਨ ਤੇ ਕੰਮ ਵੀ ਕਰ ਰਿਹਾ, ਆਮ ਬਿਲਕੁਲ, ਹਾਂ, ਤੇ ਲੋਕ ਉਹਨੂੰ ਐਕਸੈਪਟ ਕਰ ਰਹੇ ਕਿ ਉਹ ਕਹਿੰਦੇ ਕਿ ਹਾਂ ਸਾਨੂੰ ਹੁਣ ਦਿਖਣਾ ਚਾਹੀਦਾ ਕਿ ਸਾਡੇ ਵਰਗਾ ਹੀ ਬੰਦਾ ਏਦਾਂ। ਤੇ ਇਸ ਕਰਕੇ ਜਿੰਨੀਆਂ ਹੁਣ ਕਹਾਣੀਆਂ ਬੇਸਿਕਲੀ ਅੱਜ ਕੱਲ੍ਹ ਜਿਹੜੀ ਮੇਨ ਸਟਰੀਮ ਹੋ ਗਈ ਹੈ ਸਕ੍ਰਿਪਟ। ਤੁਸੀਂ ਦੇਖੋ ਕਿ ਵੱਡੀ ਤੋਂ ਵੱਡੀ ਫਿਲਮ ਦਾ ਚੱਲਣ ਦਾ ਕਾਰਨ ਹੈਗਾ ਸਕ੍ਰਿਪਟ। ਚਾਹੇ ਕੁਝ ਵੱਡੇ ਪ੍ਰੋਜੈਕਟ ਵੀ ਆਏ ਨੇ, ਤੇ ਪਹਿਲਾਂ ਉਹ ਹੋ ਜਾਂਦਾ ਸੀ ਕਿ ਕੋਈ ਵੱਡਾ ਸਟਾਰ ਆ ਗਿਆ ਤੇ ਉਹਨੇ ਹਿੱਟ ਕਰ ਦਿੱਤਾ, ਉਹਦੇ ਫੇਸ ਤੇ ਚੱਲ ਜੂਗੀ। ਹਾਂ, ਪਰ ਹੁਣ ਨਹੀਂ, ਹੁਣ ਆਈ ਥਿੰਕ ਹੁਣ ਸਾਰੇ ਕੈਰੈਕਟਰਸ ਜ਼ਿਆਦਾ ਮੈਟਰ ਕਰਦੇ ਆ। ਬਿਲਕੁਲ। ਅੱਛਾ, ਜਦੋਂ ਤੁਸੀਂ ਥੀਏਟਰ ਕਰਦੇ ਹੋਗੇ ਹੈ ਨਾ, ਹੁਣ ਕਰਦੇ ਹੋ ਜਾਂ ਫਿਰ ਹਜੇ? ਹਾਂਜੀ, ਮੈਂ ਕੱਲ ਪਰਸੋਂ ਮੈਂ ਹੁਣੇ ਸ਼ੋਅ ਕੀਤਾ ਦ ਪਾਰਕ, ਮਾਨਵ ਕੌਲ ਜੀ ਦਾ। ਅੱਛਾ, ਹਜੇ ਤੁਸੀਂ ਨਾਲ ਕਰ ਹੀ ਰਹੇ ਹੋ ਥੀਏਟਰ ਹੈ ਨਾ? ਸੋ ਮੈਨੂੰ ਲੱਗਦਾ ਇਹ ਲਰਨਿੰਗ ਪ੍ਰੋਸੈਸ ਹੈ ਪੂਰੀ ਲਾਈਫ, ਥਰੂ ਆਊਟ ਲਾਈਫ ਜਿਹੜਾ ਚੱਲਦਾ ਹੈ। ਹਾਂਜੀ। ਸੋ ਜਦੋਂ ਥੀਏਟਰ ਕਰਦੇ ਹੋ ਜਾਂ ਫਿਰ ਜਦੋਂ ਫਿਲਮ ਦੇ ਸੈੱਟ ਤੇ ਜਾਂਦੇ ਹੋ, ਥੀਏਟਰ ਜਦੋਂ ਕਰਨਾ ਹੁੰਦਾ ਨਾ ਕਿ ਪਲੇ ਹੈ ਤੁਹਾਡਾ, ਤੁਸੀਂ ਪਹਿਲੇ ਰਿਹਰਸਲਸ ਬੜੀ ਕਰਦੇ ਹੋ ਹੈ ਨਾ, ਜਦੋਂ ਫਿਲਮ ਦੇ ਸੈੱਟ ਤੇ ਕੋਈ ਕੈਰੈਕਟਰ ਪਲੇ ਕਰਨਾ ਹੁੰਦਾ, ਉਹ ਆਦਤ ਹੈਗੀ ਹੈ ਕਿ ਹਾਂ ਉੱਥੇ ਵੀ ਆਪਣਾ ਜਿਹੜਾ ਕੈਰੈਕਟਰ ਹੈ ਉਹ ਬੜੀ ਵਾਰ ਤੁਸੀਂ ਪਲੇ ਰਿਹਰਸ ਕਰਦੇ ਹੋ ਉਹਨੂੰ ਬਹੁਤ ਵਾਰ?
ਇਸ ਦੇ ਵਿੱਚ ਕੀ ਹੁੰਦਾ ਕਿ ਬੇਸਿਕਲੀ ਜਦੋਂ ਤੁਹਾਨੂੰ ਸਕ੍ਰਿਪਟ ਮਿਲਦੀ ਹੈ ਨਾ, ਤੇ ਤੁਸੀਂ ਸਕ੍ਰਿਪਟ ਦੇ ਹਿਸਾਬ ਨਾਲ ਤੁਸੀਂ ਪ੍ਰਿਪੇਅਰ ਕਰਦੇ ਹੋ, ਤੁਸੀਂ ਡਾਇਰੈਕਟਰ ਦੇ ਨਾਲ ਡਿਸਕਸ ਕਰਦੇ ਹੋ, ਤਾਂ ਕੋਈ ਟਾਈਮ ਮਿਲਦਾ ਉਹਨਾਂ ਜੀ। ਫਿਰ ਤੁਸੀਂ ਕੀ ਹੈ ਕਿ ਸ਼ਾਟ ਤੋਂ ਪਹਿਲਾਂ ਜਾਂ ਇੱਕ ਵਰਕਸ਼ਾਪ ਵੀ ਹੁੰਦੀ ਹੈ, ਤੇ ਤੁਸੀਂ ਵਰਕਸ਼ਾਪ ਦੇ ਵਿੱਚ ਆਪਣੇ ਕੋ ਐਕਟਰ ਦੇ ਨਾਲ ਰਿਹਰਸ ਕਰਦੇ ਹੋ। ਫਿਰ ਮਤਲਬ ਥੋੜੀ ਟ੍ਰੇਨਿੰਗ ਇੰਨੀ ਕੁ ਹੋ ਚੁੱਕੀ ਹੁੰਦੀ, ਤੁਹਾਨੂੰ ਔਨ ਦਾ ਸਪੋਟ ਪਤਾ ਹੁੰਦਾ ਕਿ ਹਾਂ ਮੈਂ ਇੱਥੇ ਇਹ ਚੀਜ਼ ਕਰਨੀ ਹੈ। ਤੇ ਹਾਂ ਉਹ ਅਲੱਗ ਹੈ, ਮਤਲਬ ਅਗਰ ਅਸੀਂ ਪਲੇ ਕਰਨੀ ਹੈ ਉਹਦੇ ਵਾਸਤੇ ਰਿਹਰਸਲ ਤਾਂ ਜ਼ਰੂਰੀ ਨੇ, ਕਿਉਂਕਿ ਅਸੀਂ 1-1.5 ਘੰਟਾ ਲਾਈਵ ਉੱਥੇ ਹਾਂ। ਤੇ ਇਹਦੇ ਵਿੱਚ ਕੀ ਹੈ, ਤੁਹਾਨੂੰ ਥੋੜਾ ਟਾਈਮ ਮਿਲ ਜਾਂਦਾ ਪ੍ਰੀਪਰੇਸ਼ਨ ਦਾ, ਕਿ ਹਾਂ ਅਗਰ ਸ਼ਾਟ ਗਲਤ ਵੀ ਹੋ ਗਿਆ ਤੇ ਤਾਂ ਤੁਸੀਂ ਆਪਣੇ ਡਾਇਰੈਕਟਰ ਨਾਲ ਜਾਂ ਤੁਸੀਂ ਉਹਨਾਂ ਦੇ ਰਾਈਟਰ ਨਾਲ ਗੱਲ ਕਰ ਸਕਦੇ ਹੋ। ਤੇ ਉਹਦੇ ਵਿੱਚ ਮੈਂ ਥੋੜਾ ਜਿਹਾ ਉਹ ਟੈਕਨੀਕਸ ਦਾ ਉਹ ਹੈਗਾ, ਤੇ ਬਾਕੀ ਚੀਜ਼ਾਂ ਸੇਮ ਨੇ। ਮਤਲਬ ਤੁਹਾਨੂੰ ਹੁਣ ਹੈਬਿਟ ਨਹੀਂ ਹੈ ਕਿ ਹਾਂ ਮੈਂ ਫਿਲਮ ਦੇ ਸੈੱਟ ਤੇ ਵੀ ਜਾ ਕੇ ਮੈਂ ਰਿਹਰਸ ਨਹੀਂ ਕਰਦਾ, ਜਿਹੜੀ ਪਹਿਲੇ ਵਰਕਸ਼ਾਪਸ ਹੋ ਗਈਆਂ ਹੈ ਨਾ, ਉਹਦੇ ਵਿੱਚ ਆਲਰੇਡੀ ਤੁਹਾਡੀ ਪ੍ਰੈਕਟਿਸ ਜਿਹੜੀ ਹੋਈ ਹੁੰਦੀ ਹੈ, ਉਹ ਈਜ਼ੀ ਹੋ ਗਿਆ ਹੁਣ ਤਾਂ। ਓਕੇ, ਸੋ ਜੋਰਾ 10 ਨੰਬਰੀਆਂ ਵਿੱਚ ਦੀਪ ਸਿੱਧੂ ਹੁਣੀ ਸੀਗੇ ਹੈ ਨਾ, ਸੋ ਉਹਨਾਂ ਨਾਲ ਕੰਮ ਕਰਨ ਦਾ ਕਿਵੇਂ ਐਕਸਪੀਰੀਅੰਸ ਸੀਗਾ? ਕਿੰਨੀ ਵਾਰ ਮੁਲਾਕਾਤ ਹੋਈ ਸੈੱਟ ਤੇ, ਔਰ ਕਿਵੇਂ ਦਾ ਰਿਹਾ ਸੀ ਉਹ ਐਕਸਪੀਰੀਅੰਸ? ਓਕੇ ਦੀਪ ਸਿੱਧੂ ਮਤਲਬ ਕਿ ਜਿਵੇਂ ਅਮਰਦੀਪ ਗਿੱਲ ਨੇ, ਹਾਂ ਕੋਲ ਸਿੱਧੂ ਹੋਣੀ ਹੈ, ਅਸੀਂ ਮਤਲਬ ਬੰਬਈ ਸੀਗੇ ਜੀ, ਤੇ ਅਸੀਂ ਇਕੱਠੇ ਰਹਿੰਦੇ ਸੀਗੇ, ਥੀਏਟਰ ਵਗੈਰਾ ਫਿਲਮਸ ਡਿਸਕਸ਼ਨ ਕਰਨੀਆਂ। ਤੇ ਇਹ ਕਾਫੀ ਵਾਰ ਅਸੀਂ ਮਤਲਬ ਮਿਲੇ, ਮੈਂ ਦੀਪ ਸਿੱਧੂ ਨੂੰ ਮਤਲਬ 4-5 ਵਾਰ ਮਿਲਿਆ ਸੀਗਾ, ਤੇ ਬਹੁਤ ਵਧੀਆ ਲੱਗਿਆ। ਬਹੁਤ ਮਤਲਬ ਮਿਹਨਤੀ ਮੁੰਡਾ ਸੀਗਾ ਉਹ, ਤੇ ਉਹਨੇ ਬੇਸਿਕਲੀ ਵਕੀਲ ਸੀਗੇ ਉੱਥੇ ਹੈ ਨਾ, ਤੇ ਉਹਦੇ ਬਾਵਜੂਦ ਵੀ ਉਹ ਟਾਈਮ ਕੱਢ ਕੇ ਉਹਨਾਂ ਨੇ ਬਸ ਇਹ ਕਹਿਣਾ ਕਿ ਨਹੀਂ ਥੋੜਾ ਜਿਹਾ ਚੇਂਜ ਕਰੋ ਸਕ੍ਰਿਪਟ ਨੂੰ ਸਰ, ਇੱਦਾਂ ਕਰੋ, ਕੁਛ ਆਪਾਂ ਨਵੀਂ ਚੀਜ਼ ਕਰਦੇ ਹਾਂ। ਤੇ ਉਹ ਬਹੁਤ ਮਤਲਬ ਕਿ ਇੱਕ ਉਸ ਅੱਗ ਸੀ ਮਤਲਬ ਕੰਮ ਕਰਨ ਦੀ। ਤੇ ਹਾਲਿਆ ਵੀ ਮਤਲਬ ਕਿ ਜਦੋਂ ਕੋਵਿਡ ਸੀਗਾ, ਤੇ ਜਿਹੜੇ ਇੱਕ ਰਾਈਟਰ ਅਮਿਤ ਤੋਮਰ, ਅਸੀਂ ਮਤਲਬ ਕਿ ਇੱਕੋ ਰੂਮ 'ਚ ਰਹਿੰਦੇ ਸੀਗੇ, ਅਸੀਂ ਇੱਕ ਫਿਲਮ ਕਰ ਰਹੇ ਸੀਗੇ ਖਾਦਰ, ਤੇ ਉਹਦੀ ਵੀ ਸਾਡੀ ਪ੍ਰੀਪਰੇਸ਼ਨ ਚੱਲ ਰਹੀ ਸੀ। ਅੱਛਾ, ਹਾਂਜੀ, ਉਹ ਦੀ ਪ੍ਰੀਪਰੇਸ਼ਨ ਚੱਲ ਰਹੀ ਸੀ, ਤੇ ਨੈਟਫਲਿਕਸ ਲਈ ਉਹ ਚੀਜ਼ ਹੋ ਰਹੀ ਸੀ, ਬਟ ਉਹ ਫਿਰ ਇੱਕ ਹਾਦਸਾ ਹੋਇਆ, ਤੇ ਰਾਈਟ ਉਹ ਸਾਡੇ ਵਿੱਚ ਨਹੀਂ ਰਹੇ। ਬਿਲਕੁਲ। ਓਕੇ, ਸੋ ਜੋਰਾ 10 ਨੰਬਰੀਆਂ ਤੋਂ ਬਾਅਦ ਤੁਸੀਂ ਫਿਰ ਨੈਟਫਲਿਕਸ ਲਈ ਇੱਕ ਸੀਰੀਜ਼ ਕਰਦੇ ਹੋ 21 ਸਰਫਰੋਸ਼, ਜਿਹਦੀ ਪਿੱਛੇ ਵੀ ਲੱਗੀ ਹੋਈ ਹੈ ਨਾ, ਅਸੀਂ ਸ਼ਾਰਟਸ ਦੇ ਵਿੱਚ ਵੀ ਦਿਖਾਵਾਂਗੇ। ਸੋ ਇਹ ਵਧੀਆ ਐਕਸਪੀਰੀਅੰਸ ਰਿਹਾ ਹੈ ਨਾ, ਸਾਰਾਗੜੀ ਦੀ ਕਹਾਣੀ ਸੀਗੀ ਇਹ। ਹਾਂਜੀ, ਸਾਰਾਗੜੀ। ਤੇ ਜਦੋਂ ਇਹ ਇੰਨਾ ਵੱਡਾ ਪ੍ਰੋਜੈਕਟ ਮਿਲਦਾ ਜਿੱਥੇ ਇੰਨੇ ਸਾਰੇ ਆਰਟਿਸਟ ਹੁੰਦੇ ਆ ਨਾ, ਉਹਦੇ ਵਿੱਚ ਇੱਕ ਤੁਹਾਨੂੰ ਮੌਕਾ ਮਿਲਣਾ ਇੱਕ ਵੱਡੀ ਚੀਜ਼ ਹੁੰਦੀ ਹੈ। ਸੋ ਜਦੋਂ ਇਦਾਂ ਦੇ ਪ੍ਰੋਜੈਕਟਸ ਮਿਲਦੇ ਆ, ਇੱਕ ਹੌਸਲਾ ਖੁੱਲਦਾ ਹੈ ਕਿ ਹਾਂ ਅਸੀਂ ਸਹੀ ਪਾਥ ਤੇ ਆ, ਜੋ ਅਸੀਂ ਸੋਚ ਕੇ ਚਲੇ ਸੀ ਉਹੀ ਹੋ ਰਿਹਾ। ਹਾਂਜੀ, ਸਭ ਤੋਂ ਪਹਿਲਾਂ ਤੇ ਇਹ ਜਿਹੜਾ ਪ੍ਰੋਜੈਕਟ ਮੈਨੂੰ ਮਿਲਿਆ, ਇਹ ਬੇਸਿਕਲੀ ਮੈਨੂੰ 7 ਮਹੀਨੇ ਮੈਨੂੰ ਵੇਟ ਕਰਨਾ ਪਿਆ। ਮਤਲਬ ਕਿ ਮੈਂ ਆਡੀਸ਼ਨ ਤੋਂ ਬਾਅਦ ਮਤਲਬ ਕਿ ਮੈਂ ਜਦੋਂ ਪਹਿਲਾਂ ਆਡੀਸ਼ਨ ਦਿੱਤਾ, ਤੇ ਉਸ ਤੋਂ ਬਾਅਦ ਮੈਂ ਸਿਲੈਕਟ ਹੋਇਆ, ਤੇ 3 ਮਹੀਨੇ ਬਾਅਦ ਇਹਨਾਂ ਨੇ ਸ਼ਾਇਦ ਕਾਸਟ ਚੇਂਜ ਕਰਤੀ, ਚੀਜ਼ਾਂ ਹੋ ਗਈਆਂ, ਵਿੱਚ ਗੈਪ ਆ ਗਿਆ। ਉਸ ਤੋਂ ਬਾਅਦ ਫਿਰ ਆਡੀਸ਼ਨ ਵਾਸਤੇ ਬੁਲਾਇਆ, ਇੱਕ ਵਾਰ ਫਿਰ ਬੁਲਾਇਆ, ਮਤਲਬ ਕਰਦੇ 7 ਮਹੀਨੇ ਲੱਗੇ, ਤੇ ਕਿਉਂਕਿ ਵੱਡਾ ਪ੍ਰੋਜੈਕਟ ਸੀਗਾ। ਤੇ ਪਰ ਹਾਂ ਇਹ ਹੈ ਕਿ ਜਦੋਂ ਰਿਐਲਿਟੀ ਵਿੱਚ ਕੀਤਾ ਤਾਂ ਇੱਕ ਬਹੁਤ ਹੀ ਮਤਲਬ ਵੱਡਾ ਐਕਸਪੀਰੀਅੰਸ ਮਿਲਿਆ। ਇੱਕ ਮਤਲਬ ਕਿ ਵੱਡੇ ਆਰਟਿਸਟ ਨਾਲ ਆਪਾਂ ਮਿਲ ਰਹੇ ਹਾਂ, ਵੱਡੇ ਆਪਾਂ ਜਿਹਨਾਂ ਨੂੰ ਆਪਾਂ ਟੀਵੀਜ਼ ਦੇਖਦੇ ਹੁੰਦੇ ਹਾਂ, ਫਿਲਮਾਂ ਦੇਖਦੇ ਹਾਂ। ਮੁਕੁਲ ਦੇਵ ਜੀ ਵੀ ਹੈਗੇ ਸੀ ਵਿੱਚ, ਤੇ ਉਹ ਜੋਰਾ 10 ਨੰਬਰੀਆਂ ਵਿੱਚ ਵੀ ਸੀਗੇ, ਤੇ ਨਵੇਂ ਸਾਰੇ ਮੁੰਡੇ ਸੀਗੇ। ਤੇ ਇੱਕ ਐਕਸਪੀਰੀਅੰਸ ਬਹੁਤ ਸੋਹਣਾ ਹੋਇਆ ਕਿ ਮਤਲਬ ਕਿ ਰੋਜ਼ ਆਪਾਂ ਗੱਡੀ ਜਾਣਾ, ਤੇ 4 ਵਜੇ ਗੱਡੀ ਆਉਂਦੀ ਹੁੰਦੀ ਸੀ, ਤੇ ਅਸੀਂ ਪਹੁੰਚਦੇ ਸੀ ਆਮ ਗਾਉਂ 8 ਜਾਂ 9 ਵਜੇ ਪਹੁੰਚਣਾ। ਉਸ ਤੋਂ ਬਾਅਦ ਫਿਰ ਵਰਦੀ ਪਾਣੀ, ਪੱਗ ਬੰਨ੍ਹਣੀ, ਫਿਰ ਉਹ ਰੂਪ 'ਚ ਆਉਣਾ, ਤੇ ਉਸ ਤੋਂ ਬਾਅਦ ਉਹ ਸ਼ੂਟ ਕਰਨਾ। ਐਕਸ਼ਨ ਸੀਕੁਐਂਸ ਵੀ ਸੀਗੇ ਬਹੁਤ, ਤੇ ਓਵਰਆਲ ਇੱਕ ਬਹੁਤ ਵੱਡਾ ਤੇ ਵਧੀਆ ਐਕਸਪੀਰੀਅੰਸ ਬੂਸਟ ਕੀਤਾ। ਮਤਲਬ ਜੀ, ਤੁਸੀਂ ਰਤਨ ਦੇ ਲਈ ਹੀ, ਰਤਨ ਵਾਲਾ ਜਿਹੜਾ ਕਰੈਕਟਰ ਹੈ ਉਹਦੇ ਲਈ ਹੀ ਪਹਿਲਾਂ ਵੀ ਤੁਸੀਂ ਦਿੱਤੇ ਸੀ ਆਡੀਸ਼ਨ, ਕਿ ਬਾਅਦ ਵਿੱਚ ਜਦੋਂ ਸੈਕੰਡ ਆਡੀਸ਼ਨ ਹੋਇਆ ਕਿ ਚੇਂਜ ਹੋਇਆ ਕਰੈਕਟਰ? ਹਾਂ, ਨਹੀਂ, ਪਹਿਲਾਂ ਆਈ ਥਿੰਕ ਕੋਈ ਹੋਰ ਕਰੈਕਟਰ ਸੀਗਾ, ਫਿਰ ਉਸ ਤੋਂ ਬਾਅਦ ਇੱਕ ਰਤਨ ਸਿੰਘ ਤੇ ਇੱਕ ਮੇਹਰ ਸਿੰਘ ਹੈ ਮੁੰਡਾ। ਮੇਹਰ ਸਿੰਘ ਜਿਹੜਾ ਮੁੰਡਾ ਹੁਣ ਐਕਸ਼ਨ ਰਿਪਲੇ ਆਈ ਹੈ, ਉਹਦੇ ਵਿੱਚ ਸੁਮਿਤ ਕਰਕੇ ਗਹਿਲਾਵਤ ਮੁੰਡਾ। ਸਾਡੇ ਦੋਵਾਂ ਦਾ ਕੀ ਸੀ, ਥੋੜੀ ਨਾ ਫੇਸ ਸਿਮਿਲਰ ਸੀ, ਸਾਡੀ ਸਟੋਰੀ ਉਸ ਹਿਸਾਬ ਦੀ ਸੀ। ਅੱਛਾ, ਕਿ ਮਤਲਬ 2 ਭਰਾਵਾਂ ਦੀ ਸਟੋਰੀ ਸੀਗੀ, ਤੇ ਇਸ ਕਰਕੇ ਫਿਰ ਉਹ ਉਸ ਹਿਸਾਬ ਨਾਲ ਫਿਰ ਉਹਨਾਂ ਥੋੜਾ ਚੇਂਜ ਕੀਤਾ। ਤੇ ਜਦੋਂ ਇਸ ਵੈਬ ਸੀਰੀਜ਼ ਲਈ ਵਰਦੀ ਤੁਸੀਂ ਪਾਈ ਹੈ ਨਾ, ਰੋਜ਼ ਜਦੋਂ ਸ਼ੂਟ ਤੇ ਜਾਂਦੀ ਤਿਆਰ ਹੁੰਦੇ ਸੀਗੇ, ਉਹ ਫੀਲਿੰਗ ਕਿਵੇਂ ਦੀ ਹੁੰਦੀ ਸੀ? ਉਹ ਮਤਲਬ ਕਿ ਬਹੁਤ ਬਿਹਤਰੀਨ ਸੀ, ਕਿਉਂਕਿ ਮੇਰੇ ਫਾਦਰ ਸਾਹਿਬ ਉਹ ਆਰਮੀ ਆਫਿਸਰ ਰਿਟਾਇਰਡ ਨੇ, ਤੇ ਮੈਂ ਬੇਸਿਕਲੀ ਕਿਉਂਕਿ ਮੈਨੂੰ ਲੱਗਦਾ ਕਿ ਮੈਂ 8th ਜਾਂ 9th ਵਿੱਚ ਆਰਮੀ ਸਕੂਲਸ ਵਿੱਚ ਹੀ ਪੜ੍ਹਿਆ ਹੈ ਨਾ। ਤੇ ਉਹ ਜਦੋਂ ਮੈਂ ਡੈਡ ਨੂੰ ਦੱਸਿਆ ਕਿ ਇੱਦਾਂ ਕਰਕੇ ਮੈਨੂੰ ਮਿਲੀ ਹੈ ਸੀਰੀਜ਼,
ਤੇ ਉਹ ਬਹੁਤ ਖੁਸ਼ ਹੈ ਕਿਉਂਕਿ ਉਹ ਆਪ ਚਾਹੁੰਦੇ ਸੀ ਕਿ ਮੈਂ ਆਰਮੀ ਅਫਸਰ ਬਣਾ, ਕਿਉਂਕਿ ਮੈਂ ਟੈਸਟ ਵਗੈਰਾ ਦਿੱਤੇ। ਪੁੱਛਣ ਲੱਗੀ ਸੀ ਤੁਹਾਨੂੰ ਕਿਉਂਕਿ ਨਾ ਆਰਮੀ, ਮੇਰੇ ਡੈਡ ਖੁਦ ਆਰਮੀ ਦੇ ਵਿੱਚ ਸੀਗੇ, ਸੋ ਬੜੇ ਸਟ੍ਰਿਕਟਨੈਸ ਹੁੰਦੀ ਹੈ ਕਿ ਹੈ ਨਾ ਤੁਸੀਂ ਕੋਈ ਗਵਰਨਮੈਂਟ ਜੌਬ ਦੇ ਵਿੱਚ ਹੀ ਜਿਹੜਾ ਜਾਓ, ਤੁਸੀਂ ਹੋਰ ਕੋਈ ਕੰਮ ਨਾ ਕਰੋ, ਹੈ ਨਾ, ਸੋ ਇਹ ਪ੍ਰੈਸ਼ਰ ਰਹਿੰਦਾ ਸੀਗਾ। ਹਾਂਜੀ, ਨਹੀਂ ਪ੍ਰੈਸ਼ਰ ਇੱਕ ਜਜ਼ਬਾ ਸੀਗਾ, ਮਤਲਬ ਐਸਾ ਨਹੀਂ ਸੀ। ਉਹ ਚਾਹੁੰਦੇ ਸੀ ਕਿ ਮੈਂ ਵੀ ਇੱਕ ਆਰਮੀ ਅਫਸਰ ਬਣਾ ਕਿਉਂਕਿ ਉਹਨਾਂ ਨੇ ਲਾਈਵ ਦੇਖੀ ਸੀ, ਉਹਨਾਂ ਨੂੰ ਸੀਗਾ ਇਸ ਚੀਜ਼ ਦਾ। ਬਟ ਮੈਂ ਗਿਆ ਵੀ, ਫਿਰ ਮੇਰਾ ਇੰਟਰਸਟ ਫਿਰ ਇਸ ਜਗ੍ਹਾ ਹੋ ਗਿਆ। ਪਰ ਜਦੋਂ ਮੈਂ ਵਰਦੀ ਪਾਈ, ਉਹਨਾਂ ਨੇ ਦੇਖਿਆ, ਫਿਰ ਉਹਨਾਂ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਕਿ ਹਾਂ, ਉਹਨਾਂ ਨੂੰ ਤਸੱਲੀ ਹੋਈ ਕਿ ਹਾਂ ਇੱਕ ਵਧੀਆ ਕੰਮ ਕਰ ਰਿਹਾ, ਕਿ ਇੱਕ ਉਹਨਾਂ ਨੂੰ ਪ੍ਰਾਊਡ ਫੀਲ ਹੋਇਆ। ਓਕੇ, ਸੋ ਤੁਸੀਂ ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ, ਸਿਰਫ ਤੁਸੀਂ ਐਕਟਿੰਗ ਹੀ ਨਹੀਂ ਕਰਦੇ, ਤੁਸੀਂ ਡਾਇਰੈਕਟ ਵੀ ਕਰਦੇ ਹੋ ਫਿਲਮਸ, ਹੈ ਨਾ। ਤੁਹਾਡੀ ਫਿਲਮ ਨੂੰ ਇਸਤਾਨਬੁਲ ਜਿਹੜਾ ਫਿਲਮ ਫੈਸਟੀਵਲ ਹੁੰਦਾ, ਉੱਥੇ ਉਸਨੂੰ ਅਵਾਰਡ ਵੀ ਮਿਲਿਆ ਹੈ ਨਾ। ਸੋ ਉਹ ਕਿਵੇਂ ਹੈਪਨ ਹੋਈ ਚੀਜ਼, ਕਿਵੇਂ ਤੁਹਾਡੀ ਫਿਲਮ ਜਿਹੜੀ ਹੈ ਉੱਥੇ ਤੱਕ ਕੀ ਸੋਚ ਰੱਖ ਕੇ ਤੁਸੀਂ ਉੱਥੇ ਭੇਜੀ ਸੀਗੀ ਫਿਲਮ, ਔਰ ਉਹ ਮੈਂ ਫਿਲਮ ਬਾਰੇ ਥੋੜਾ ਜਾਣਨਾ ਚਾਹੂੰਗੀ ਕੀ ਉਹਦਾ ਪਲਾਟ ਸੀਗਾ। ਬੇਸਿਕਲੀ ਉਹ ਸ਼ਾਰਟ ਫਿਲਮ ਸੀਗੀ, ਮੁੰਬਈ ਦੇ ਵਿੱਚ। ਅਸੀਂ ਪਲਾਨ ਕਰ ਰਹੇ ਸੀਗੇ, ਸਾਡੀ ਟੀਮ ਸੀਗੀ ਕਿ ਅਸੀਂ ਕੁਛ ਨਾ ਡਿਫਰੈਂਟ ਕਨਸੈਪਟ ਬਣਾਈਏ ਕਿ ਜਿਹੜਾ ਮਤਲਬ ਕਿ ਲੋਕਾਂ ਤੱਕ ਪਹੁੰਚੇ। ਤੇ ਉਹ ਬੇਸਿਕਲੀ ਇੱਕ ਫਾਦਰ ਦੀ ਤੇ ਜਵਾਈ ਦੀ ਸਟੋਰੀ ਹੈ। ਅੱਛਾ, ਫਾਦਰ ਇਨ ਲਾਅ ਜਵਾਈ ਦੀ ਸਟੋਰੀ। ਹਾਂਜੀ, ਉਹ ਬੈਠੇ ਹੋਏ ਨੇ, ਤੁਸੀਂ ਇਹ ਦੇਖੋ ਵੀ 7 ਜਾਂ 7 ਪੁਆਇੰਟ ਕੁਛ ਮਿੰਟ ਉਹ ਹੋਣੀ ਹੈ ਡਿਊਰੇਸ਼ਨ। ਉਹਦੇ ਵਿੱਚ ਤੁਸੀਂ ਸਾਰੀ ਕਹਾਣੀ ਕਹਿਤੀ ਕਿ ਉਹ ਕਰੈਕਟਰ ਕਿੱਥੋਂ ਆਏ ਸੀ, ਉਹਦਾ ਕਰੈਕਟਰ ਕੀ ਕਹਿ ਰਿਹਾ, ਉਹਦਾ ਕੀ ਪਿੱਛੇ ਹੋਇਆ, ਉਹਦਾ ਕੋਈ ਐਕਸੀਡੈਂਟ ਹੋਇਆ ਸੀਗਾ, ਹਨਾ, ਅੱਗੇ ਜਾ ਕੇ ਉਹਦਾ ਕੀ ਹੋਇਆ, ਕਿੰਨੇ ਕਰਵਾਇਆ ਸੀਗਾ, ਤੇ ਉਹ ਚੈਸ ਖੇਡਦੇ ਪਏ। ਬੇਸਿਕਲੀ ਪਲੋਟ ਹੈ, ਤੇ ਉਹਦੇ ਵਿੱਚ ਗੱਲਬਾਤ ਉਹਨਾਂ ਦੀ ਹੋ ਰਹੀ ਹੈ। ਤੇ ਇੰਨੀ ਕਿ ਇੰਟੈਂਸਡ ਹੋ ਜਾਂਦੀ ਫਿਲਮ ਜਾਂਦੇ ਜਾਂਦੇ, ਲਾਸਟ ਦੇ ਮਤਲਬ ਕਿ ਕੁਛ 4-5 ਜਾਂ 6 ਸੈਕਿੰਡ ਦੇ ਵਿੱਚ ਉਹ ਰਿਵੀਲ ਹੁੰਦਾ। ਤੇ ਉਹ ਬਹੁਤ ਮਤਲਬ ਕਿ ਐਪਰੀਸ਼ੀਏਟ ਹੋਈ ਹੈ ਫਿਲਮ, ਤੇ ਉਹ ਵਰਲਡ ਵਾਈਡ ਵੀ ਗਈ, ਇੰਡੀਆ 'ਚ ਵੀ ਕਾਫੀ ਫੈਸਟੀਵਲ ਉਹ ਜਿੱਤੇ। ਤੇ ਉਹ ਮਤਲਬ ਪਹਿਲਾ ਐਕਸਪੀਰੀਅੰਸ ਸੀਗਾ ਐਜ਼ ਐਨ ਡਾਇਰੈਕਟਰ, ਤੇ ਵਧੀਆ ਲੱਗਿਆ। ਅੱਛਾ, 7 ਮਿੰਟ ਦੇ ਵਿੱਚ ਏਡੀ ਵੱਡੀ ਕਹਾਣੀ ਕਹਿ ਜਾਣਾ, ਏਡੀ ਸਸਪੈਂਸ ਵਾਲੀ ਕਹਾਣੀ ਕਹਿਣਾ ਇੱਕ ਡਾਇਰੈਕਟਰ ਲਈ ਬੜਾ ਔਖਾ ਹੁੰਦਾ ਹੈ। ਬਹੁਤ ਕਿਉਂਕਿ ਬੇਸਿਕਲੀ ਕੀ ਹੈ ਵੀ ਤੁਹਾਡੇ ਕੋਲ ਅਗਰ ਤੁਸੀਂ ਫੀਚਰ ਬਣਾ ਰਹੇ ਹੋ, ਤੁਹਾਡੇ ਕੋਲ 20 ਮਿੰਟ ਹੈਗੇ, ਤੁਸੀਂ ਇੱਕ ਚੀਜ਼ ਐਸਟੈਬਲਿਸ਼ ਕਰ ਸਕਦੇ ਹੋ। ਇਹਦੇ ਵਿੱਚ ਕੀ ਤੁਹਾਡਾ ਇੱਕ ਡਾਇਲੋਗ, ਇੱਕ ਤੁਹਾਡਾ ਜੈਸਚਰ, ਇੱਕ ਤੁਹਾਡਾ ਫਰੇਮ, ਹਨਾ, ਉਹ ਲਿਮਿਟਿਡ ਰੱਖਣਾ ਹੈ ਤੇ ਉਹ ਮੀਨਿੰਗਫੁਲ ਰੱਖਣਾ ਹੈ। ਬਿਲਕੁਲ, ਹਾਂਜੀ, ਉਹ ਮੀਨਿੰਗਫੁਲ ਰੱਖਣਾ ਕਿ ਆਡੀਅנס ਤੱਕ ਪਹੁੰਚੇ, ਔਰ ਇਹ ਵੀ ਰੱਖਣਾ ਸਸਪੈਂਸ ਵੀ ਕ੍ਰੀਏਟ ਰੱਖਣਾ ਕਿ ਹੋਊਗਾ ਕੀ ਹੋ ਰਿਹਾ, ਇੰਜੋਏ ਕਰ ਰਹੀ ਹੈ ਆਡੀਅנס, ਕਰ ਰਹੀ ਹੈ। ਉਹ ਇੱਕਦਮ ਸਟੋਰੀ ਪਲਟ ਜਾਂਦੀ ਹੈ, ਉਹ ਦੇਖਦੇ ਆ ਚੀਜ਼ ਤਾਂ ਸ਼ਾਇਦ ਇਹਦੇ ਨਾਲ ਹੋਈ ਸੀ, ਤਾਂ ਉਹ ਮਤਲਬ 7 ਮਿੰਟ ਇੱਕ ਬਹੁਤ ਵੱਡਾ ਚੈਲੰਜ ਸੀ। ਰਾਈਟ, ਤੇ ਉਹ ਇਸ ਕਰਕੇ ਆਈ ਥਿੰਕ ਮੈਨੂੰ ਅਵਾਰਡਸ ਵਗੈਰਾ ਮੈਨੂੰ ਸ਼ਾਇਦ ਉਹਨਾਂ ਨੂੰ ਵੀ ਇਹ ਚੀਜ਼ ਲੱਗੀ ਕਿ ਹਾਂ 7 ਮਿੰਟ ਤੁਸੀਂ ਐਡੀ ਪੂਰੀ ਸਟੋਰੀ ਦਿਖਾਤੀ ਜੀ, ਤੇ ਉਹ ਇੱਕ ਵੱਡਾ ਚੈਲੰਜ ਸੀ, ਪਰ ਵਧੀਆ ਮਜ਼ਾ ਆਇਆ। ਡਾਇਰੈਕਸ਼ਨ ਦੇ ਲਈ ਤੁਸੀਂ ਪਹਿਲੇ ਕਿਸੇ ਨੂੰ ਅਸਿਸਟ ਕੀਤਾ ਹੋਇਆ? ਡਾਇਰੈਕਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਟਰਟਲ ਫਿਲਮ ਜਿਹੜੀ ਕੀਤੀ ਸੀਗੀ ਨੈਸ਼ਨਲ ਅਵਾਰਡ G5, ਹਾਂਜੀ, ਉਹ ਦਿਨੇਸ਼ ਸੀਗਾ, ਉਹ FTA ਤੋਂ ਹੈ, ਡਾਇਰੈਕਟਰ ਹੈ। ਤੇ ਉਸ ਤੋਂ ਇਲਾਵਾ ਕੁਝ ਸ਼ਾਰਟ ਫਿਲਮਸ ਬਣਦੀ ਸੀ, ਕੁਝ ਗਾਣੇ ਬਣਦੇ ਸੀ, ਕੁਝ ਵੀ ਬਣਦਾ ਸੀ, ਤੇ ਮੈਂ ਚੱਲ ਜਾਂਦਾ ਸੀ। ਤੁਸੀਂ ਅਸਿਸਟ ਕਰਦੇ ਹੁੰਦੇ ਸੀ? ਹਾਂਜੀ। ਸੋ ਉਹ ਐਕਸਪੀਰੀਅੰਸ ਸਾਰਾ ਜਿਹੜਾ ਹੈ ਨਾ, ਉੱਥੇ ਚੈਸ ਉਹਦਾ ਨਾਮ ਸੀਗਾ, ਹੈ ਨਾ, ਉਸ ਡਾਕੂਮੈਂਟਰੀ ਦੇ ਜਾਂ ਸ਼ਾਰਟ ਫਿਲਮ ਦੇ ਲਈ ਜਿਹੜਾ ਹੈ ਨਾ, ਉੱਥੇ ਜਾ ਕੇ ਸਾਰਾ ਐਕਸਪੀਰੀਅੰਸ ਲੱਗਿਆ। ਸੋ ਮੈਨੂੰ ਲੱਗਦਾ ਕਿ ਨਟਸ਼ੈਲ ਦੇ ਵਿੱਚ ਤੁਸੀਂ ਬਹੁਤ ਕੁਝ ਸਿੱਖ ਲਿਆ, ਹੈ ਨਾ। ਹਾਂਜੀ, ਕਈ ਵਾਰ ਸਾਨੂੰ ਪਤਾ ਨਹੀਂ ਲੱਗਦਾ। ਮੇਰਾ ਬੇਸਿਕਲੀ ਇਹ ਸੀ ਕਿ ਤੁਸੀਂ ਕਰਾਫਟ ਸਿੱਖੋ, ਅਗਰ ਘਰ ਨਾ ਬੈਠੇ ਰਹੋ। ਐਜ਼ ਐਨ ਐਕਟਰ ਤੁਹਾਨੂੰ ਮੰਨ ਲਓ ਕੰਮ ਨਹੀਂ ਮਿਲਿਆ, ਅੱਜ ਕੱਲ੍ਹ ਕੀ ਕਰਦੇ ਕਿ ਬੈਠੇ ਰਹਿੰਦੇ ਕਿ ਤੁਹਾਨੂੰ ਕੰਮ ਮਿਲੂਗਾ, ਤੁਸੀਂ ਕੋਈ ਗੱਲ ਨਹੀਂ, ਤੁਸੀਂ ਸ਼ਾਰਟ ਫਿਲਮ ਕਰੋ, ਕੋਈ ਤੁਸੀਂ ਇਹ ਕਰਾਫਟ ਨਾਲ ਜੁੜੇ ਰਹੋ, ਜਾਂ ਫਿਲਮ ਤੁਹਾਨੂੰ ਅਸਿਸਟ ਕਰਨ ਦਾ ਮੌਕਾ ਮਿਲ ਰਿਹਾ, ਜਾਂ ਤੁਹਾਨੂੰ ਕੋਈ ਵੀ ਮਤਲਬ ਤੁਹਾਨੂੰ ਮੌਕਾ ਮਿਲ ਰਿਹਾ, ਚਾਹੇ ਪਲੇ ਕਰਨ ਦਾ ਮੌਕਾ ਮਿਲ ਰਿਹਾ, ਤੁਸੀਂ ਕਰਦੇ ਰਹੋ, ਆਪਣੀ ਸਕਿੱਲਸ ਵਧਾਉਂਦੇ ਰਹੋ, ਤੇ ਉਹ ਆਟੋਮੈਟਿਕਲੀ ਤੁਹਾਨੂੰ ਕੰਮ ਆਏ, ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਮੈਨੂੰ ਪਤਾ ਨਹੀਂ ਲੱਗਿਆ ਕਿ ਮੈਂ ਵੀ ਬੜਾ ਹੈਰਾਨ ਹੋਇਆ ਕਿ ਹਾਂ ਮੈਂ ਇੱਦਾਂ ਦੇ ਸ਼ਾਰਟਸ ਲਏ ਆ, ਮੈਂ ਇੱਦਾਂ ਦਾ ਕੰਮ ਕਰਵਾਤਾ ਪਹਿਲੀ ਵਾਰ ਜ਼ਿੰਦਗੀ 'ਚ। ਫਿਰ ਮੈਨੂੰ ਕਿਤੇ ਨਾ ਕਿਤੇ ਮੇਰੇ ਸਬਕੌਂਸ਼ੀਅਸ ਵਿੱਚ ਜਿਹੜਾ ਮੈਂ ਕੰਮ ਦੇਖੇ ਸੀ ਜਾਂ ਕੀਤੇ ਸੀਗੇ, ਉਹ ਫਿਰ ਵਰਕ ਕੀਤੇ। ਉਹ ਜਿਹੜੀ ਤੁਹਾਡੀ ਟਰਟਲ ਫਿਲਮ ਹੈ, ਉਹਨੂੰ ਨੈਸ਼ਨਲ ਅਵਾਰਡ ਮਿਲਿਆ ਸੀ, ਗੁਜਰਾਤ ਦੇ ਵਿੱਚ ਮਿਲਿਆ ਸੀ, ਉਹ ਸੀਗਾ ਰਾਜਸਥਾਨ ਦੇ ਵਿੱਚ, ਹੈ ਨਾ। ਸੋ ਉਹ ਇੱਕ ਇਦਾਂ ਦੇ ਪ੍ਰੋਜੈਕਟ ਨਾਲ ਜੁੜਨਾ ਕਿ ਜਿਹਨੂੰ ਨੈਸ਼ਨਲ ਅਵਾਰਡ ਮਿਲ ਰਿਹਾ, ਉਹ ਛੋਟੀ ਗੱਲ ਨਹੀਂ ਹੁੰਦੀ ਹੈ ਨਾ। ਸੋ ਪ੍ਰਾਊਡ ਮੂਮੈਂਟਸ ਤੁਹਾਡੀ ਲਾਈਫ ਦੇ ਵਿੱਚ ਬਹੁਤ ਸਾਰੇ ਆਏ, ਬਟ ਸਭ ਤੋਂ ਵੱਡਾ ਪ੍ਰਾਊਡ ਮੂਮੈਂਟ ਹੁਣ ਤੱਕ ਤੁਹਾਡੀ ਲਾਈਫ ਦਾ ਕੀ ਰਿਹਾ ਜਦੋਂ ਤੁਸੀਂ ਇਸ ਲਾਈਨ ਦੇ ਨਾਲ ਜੁੜੇ ਹੋ? ਸਭ ਤੋਂ ਵੱਡਾ ਆਈ ਥਿੰਕ ਮੈਂ ਹੁਣ ਜਿਹੜਾ ਪ੍ਰੋਜੈਕਟ ਕਰ ਰਿਹਾ, ਮਤਲਬ ਡਿਪਲੋਮੈਟ, ਜੌਨ ਅਬਰਾਹਮ, ਹਾਂਜੀ, ਤੇ ਆਈ ਥਿੰਕ ਉਹ ਬਹੁਤ ਪ੍ਰਾਊਡ ਦਾ ਮੂਮੈਂਟ ਹੈ, ਕਿਉਂਕਿ ਕਾਫੀ ਟਾਈਮ ਲੱਗ ਗਿਆ, ਬਹੁਤ ਵਿੱਚ ਕੋਵਿਡ ਆ ਗਿਆ, ਵਿੱਚ ਥੋੜਾ ਕੰਮ ਕਰਦੇ ਰਹੇ, ਕੁਛ ਨਾ ਕੁਛ ਫਿਲਮਸ ਕਰਦੇ ਰਹੇ, ਤੇ ਇੰਨਾ ਮਤਲਬ ਕਿ ਥੀਏਟਰ ਕੀਤਾ, ਚੀਜ਼ਾਂ ਕੀਤੀਆਂ, ਇੱਕ ਵਧੀਆ ਕਿਰਦਾਰ ਦੀ ਭਾਲ ਸੀ, ਤੇ ਉਹਨਾਂ ਸਾਹਮਣੇ ਐਕਟ ਕਰਨਾ ਤੇ ਚੀਜ਼ਾਂ ਕਰਨੀਆਂ, ਉਹ ਫਿਰ ਮੇਰੇ ਆਈ ਥਿੰਕ
ਹਾਲੇ ਤੱਕ ਦਾ ਬਹੁਤ ਪ੍ਰਾਊਡ ਮੂਮੈਂਟ ਹੈ। ਸੋ ਜੌਨ ਦੇ ਨਾਲ ਪੈਰਲਰ ਤੁਹਾਡੇ ਮਤਲਬ ਸ਼ਾਟ ਜਿਹੜੇ ਹੈ ਸੀਨਸ ਹੈਗੇ ਆ ਉਹ ਵਧੀਆ ਸ਼ੂਟ ਹੋ ਰਿਹਾ ਪੰਜਾਬ ਦੇ ਵਿੱਚ ਸ਼ੂਟ ਹੋ ਰਿਹਾ ਨਾ? ਹਾਂ ਬੇਸਿਕਲੀ ਪਹਿਲਾਂ ਚੰਡੀਗੜ੍ਹ ਹੋਇਆ ਸੀਗਾ, ਫਿਰ ਪਟਿਆਲੇ, ਹੁਣ ਅੰਮ੍ਰਿਤਸਰ, ਤੇ ਹਾਂ ਮਤਲਬ ਕਿ ਪੰਜਾਬ ਦੇ ਏਰੀਆ 'ਚ ਬੇਸਿਕਲੀ ਹੋ ਰਿਹਾ। ਸੋ ਉਹ ਬੈਸਟ ਮੂਮੈਂਟ ਹੈ ਤੁਹਾਡੇ ਲਈ? ਬੈਸਟ ਮੂਮੈਂਟ ਹੈ। ਓਕੇ, ਸੋ ਜਿੱਦਾਂ ਤੁਸੀਂ ਦੱਸਿਆ ਆਪਾਂ ਸਟਾਰਟਿੰਗ ਦੇ ਵਿੱਚ 2012 ਤੋਂ ਜੁਆਇਨ ਕੀਤਾ ਸੀ ਥੀਏਟਰ, ਹੈ ਨਾ? ਮੈਂ ਇਹ ਨਹੀਂ ਕਹੂੰਗੀ 14 ਤੱਕ ਕੀਤਾ, ਮੈਨੂੰ ਲੱਗਦਾ ਕਿ ਹਜੇ ਤੱਕ ਜੁੜੇ ਹੋਏ ਤੁਸੀਂ ਥੀਏਟਰ ਨਾਲ, ਹੈ ਨਾ? ਬੰਦਾ ਸਿੱਖ ਹੀ ਰਿਹਾ ਹੈ ਇੱਕ ਇਨਸਾਨ। ਤੁਹਾਡੇ ਨਾਲ ਜਿਹੜੇ ਬੈਚਮੇਟ ਸੀਗੇ ਹੈ ਨਾ, ਉਹ ਮੇਨ ਲੀਡ ਦੇ ਵਿੱਚ ਆਏ, ਕਦੀ ਹੈਰੀ ਦੇ ਦਿਮਾਗ ਦੇ ਵਿੱਚ ਇਹ ਗੱਲ ਤਾਂ ਨਹੀਂ ਆਈ ਕਿ ਬਈ ਮੇਰਾ ਟਾਈਮ ਕਦੋਂ ਆਏਗਾ, ਜਾਂ ਮੈਂ ਵੀ ਇੰਨੀ ਮਿਹਨਤ ਕੀਤੀ ਹੈ, ਨੋ ਡਾਊਟ ਤੁਸੀਂ ਅੱਛੀ ਫਿਲਮ ਡਾਇਰੈਕਟ ਵੀ ਕੀਤੀਆਂ ਹੈ ਨਾ, ਕਰ ਵੀ ਰਹੇ ਹੋ, ਆਪ ਐਜ਼ ਐਨ ਐਕਟਰ ਵੀ ਕਰ ਰਹੇ ਹੋ, ਬਟ ਇੱਕ ਹੁੰਦਾ ਹੈ ਕਿ ਕਦੋਂ ਉਹ ਸਮਾਂ ਕਦੋਂ ਆਏਗਾ ਜਦੋਂ ਮੈਂ ਵੀ ਮਤਲਬ ਲੀਡ ਰੋਲ ਦੇ ਵਿੱਚ ਹੋਊਗਾ, ਕਿਉਂਕਿ ਸਿੱਖਿਆ ਤਾਂ ਤੁਸੀਂ ਸਾਰਿਆਂ ਨੇ ਬਰਾਬਰ ਦਾ ਹੀ ਹੈ। ਹਾਂਜੀ, ਬੇਸਿਕਲੀ ਇਹਦੇ ਵਿੱਚ ਕੀ ਸੀਗਾ ਕਿ ਮੈਂ ਚਾਹੁੰਦਾ ਸੀ ਕਿ ਮੈਂ ਜਦ ਤਾਈਂ ਅਗਰ ਮੈਂ ਲੀਡ ਕਰੈਕਟਰ ਵਿੱਚ ਆਵਾਂ ਤਾਂ ਮੈਂ ਉਹਦੇ ਕਾਬਿਲ ਬਣਾ, ਤੇ ਮਤਲਬ ਕਿ ਮੈਨੂੰ ਮੋਟੀਵੇਸ਼ਨ ਮਿਲਦੀ ਸੀ, ਕਿਉਂਕਿ ਜਦੋਂ ਮੈਂ ਜਗਜੀਤ ਨੂੰ, ਧੀਰਜ ਨੂੰ ਮਿਲਦਾ ਸੀ, ਗਾਂਧੀ ਫਿਲਮ 'ਚ ਮੈਂ ਤੇ ਜਗਜੀਤ, ਗਾਂਧੀ 2 'ਚ ਸਾਡਾ ਮਤਲਬ ਇੱਕ ਸੀਨ ਵੀ ਹੈਗਾ। ਅੱਛਾ। ਤੇ ਉਹਦੇ ਵਿੱਚ ਕੀ ਸੀ ਕਿ ਜਦੋਂ ਵੀ ਮੈਂ ਦੇਖਦਾ ਸੀਗਾ ਕਿ ਹਾਂ ਮੇਰੇ ਨਾਲ ਦੇ ਜਿਹੜੇ ਬੈਚਮੇਟ ਨੇ ਇੰਨਾ ਵਧੀਆ ਕੰਮ ਕਰ ਰਹੇ, ਤੇ ਇੱਕ ਮੋਟੀਵੇਸ਼ਨ ਮਿਲਦੀ ਸੀ ਕਿ ਕਿਉਂਕਿ ਸਾਡੇ ਬੈਚ 'ਚੋਂ ਮਤਲਬ ਕਿ ਪਿੱਛੇ ਸੁਨੀਲ ਗਰੋਵਰ, ਹਾਂਜੀ ਉਹ ਸੀਗੇ, ਉਸ ਤੋਂ ਪਹਿਲਾਂ ਯਸ਼ਪਾਲ ਸ਼ਰਮਾ ਜੀ, ਮਾਹੀ ਗਿੱਲ ਜੀ, ਤੇ ਕਿਰਨ ਖੇਰ, ਅਨੁਪਮ ਖੇਰ, ਮਤਲਬ ਇਹ ਲਾਈਨ 'ਚ ਆਇਆ, ਮਤਲਬ ਇੱਕ ਗੈਪ ਆ ਗਿਆ ਸੀ ਕਿ ਕੋਈ ਐਕਟਰ ਨਿਕਲ ਕੇ ਨਹੀਂ ਆਇਆ ਸੀ। ਤੇ ਉਹ ਬੜਾ ਸਾਡਾ ਮਤਲਬ ਕਿ ਸਭ ਤੋਂ ਵਧੀਆ ਗੱਲ ਵੀ ਇਹ ਕਿ ਜਦੋਂ ਅਸੀਂ ਡਿਪਾਰਟਮੈਂਟ ਐਡਮਿਸ਼ਨ ਲਈ ਤੇ ਥੀਏਟਰ ਬਹੁਤ ਘੱਟ ਕੀਤਾ ਸੀ, ਤੇ ਸਾਨੂੰ ਸਾਰੇ ਕਹਿੰਦੇ ਸਭ ਤੋਂ ਨਕੰਮਾ ਬੈਚ ਹੈ। ਅੱਛਾ। ਹਾਂਜੀ, ਕਹਿੰਦੇ ਵੀ ਇਹਨਾਂ ਦਾ ਕੁਝ ਨਹੀਂ ਹੋ ਸਕਦਾ। ਤੇ 23 ਸੀਟਾਂ ਫਿਲ ਹੋਈਆਂ ਸੀ, ਜਾਂ 9 ਜਾਂ 10 ਹੁੰਦੀਆਂ ਸੀ, ਉਹ VC ਵੱਲੋਂ ਆਰਡਰ ਆਇਆ ਸੀ ਕਿ ਤੁਸੀਂ ਪੂਰੀ ਸੀਟਾਂ ਫਿਲ ਕਰਨੀਆਂ। ਤੇ ਫਿਰ ਉਸ ਤੋਂ ਬਾਅਦ ਮੈਂ ਉਸ ਟਾਈਮ DRV ਸੀਗਾ, ਡਿਪਾਰਟਮੈਂਟ ਜੇ ਮੋਨੀਟਰ ਹੁੰਦਾ, ਤੇ ਜਿੱਦਾਂ ਹੀ ਪਾਸ ਆਊਟ ਹੋਏ ਤਾਂ ਫਿਰ ਸਾਰਿਆਂ ਨੂੰ ਇੱਕ ਲਗਨ ਲੱਗੀ ਕਿ ਅਸੀਂ ਕਰਨੇ ਆ ਕੰਮ, ਕਰਨਾ ਹੀ ਕਰਨਾ। ਤੇ ਉਹੀ ਹੈ ਕਿ ਮੈਂ ਹੁਣ ਮਤਲਬ ਕਿ ਇੱਕ ਮੈਂ ਜਿਵੇਂ ਲਾੜਾ ਫਰਾਰ ਹੈ, ਉਹਦੇ ਵਿੱਚ ਮੈਂ ਪੈਰਲਲ ਲੀਡ ਕਰ ਰਿਹਾ, ਤੇ ਮੂਸਾ ਜੱਟ ਪ੍ਰੋਡਕਸ਼ਨ ਤੋਂ। ਤੇ ਏਦਾਂ ਹੀ ਜਿਵੇਂ ਹੁਣ ਪਲੇਸ ਨੇ ਦ ਪਾਰਕ, ਉਹਦੇ ਵਿੱਚ ਵੀ ਹੁਣ ਲੀਡ ਕਰੈਕਟਰ ਕੀਤਾ, ਤੇ ਏਦਾਂ ਕੀ ਹੁਣ ਮੈਨੂੰ ਲੱਗ ਰਿਹਾ ਕਾਬਿਲ। ਹੁਣ ਇੱਕ ਪ੍ਰੋਜੈਕਟ ਅਸੀਂ ਕਰ ਰਹੇ ਹਾਂ ਜਿਸ 'ਚ ਮੈਂ ਲੀਡ ਪ੍ਰੋਜੈਕਟ ਬਹੁਤ ਜਲਦੀ ਅਨਾਉਂਸ ਕਰਾਂਗੇ। ਆ ਚੁੱਕੇ ਹੋ ਉਸ ਪਰਟੀਕੂਲਰ ਲੇਨ 'ਚ, ਆ ਚੁੱਕੇ ਹੋ? ਹਾਂਜੀ, ਲੇਨ 'ਚ ਆ ਚੁੱਕੇ ਹਾਂ। ਤੇ ਮੈਂ ਚਾਹੁੰਦਾ ਵੀ ਨਹੀਂ ਸੀ ਕਿ ਮੈਂ ਕੋਈ ਲੀਡ ਪ੍ਰੋਜੈਕਟ ਕਰ ਲਾਂ ਤੇ ਉਹਦੇ ਵਾਸਤੇ ਮੈਂ ਕਾਬਿਲ ਨਾ ਹੋਵਾਂ, ਸਟੋਰੀ ਵਧੀਆ ਨਾ ਹੋਵੇ, ਮਤਲਬ ਕਿ ਇੱਕ ਵਧੀਆ ਪ੍ਰੋਜੈਕਟ ਦੀ ਭਾਲ ਸੀ। ਤੇ ਹੁਣ ਮੈਂ ਮਤਲਬ ਕੰਮ ਕਰਕੇ ਤੇ ਵਧੀਆ ਲੱਗ ਰਿਹਾ, ਹੁਣ ਲੱਗ ਰਿਹਾ ਕਿ ਹੁਣ ਕਰ ਸਕਦੇ ਹਾਂ, ਹੁਣ ਪਰਫੈਕਟ ਟਾਈਮ ਆ ਚੁੱਕਿਆ। ਪਰਫੈਕਟ ਟਾਈਮ, ਮਤਲਬ ਏਦਾਂ ਕਦੇ ਮਨ 'ਚ ਉਹ ਨਹੀਂ ਰਹੀ ਕਿ ਹਾਂ ਜਲਦੀ ਕਰ ਲਈਏ। ਮੈਂ ਕਿਹਾ ਸਿੱਖਣਾ ਹੈ ਕਿ ਅਗਰ ਆਡੀਅנס ਸਾਹਮਣੇ ਤੁਸੀਂ ਪਹਿਲੀ ਵਾਰ ਆਓ ਤੇ ਉਹ ਕਹੇ ਕਿ ਹਾਂ ਬਈ ਕੁਝ ਚੀਜ਼ ਦੇਖੀ ਹੈ, ਕੁਝ ਚੀਜ਼ ਵਧੀਆ ਸਿਨੇਮਾ ਦੇਖਿਆ, ਕਿ ਬਸ ਉਹਦਾ ਵੇਟ ਸੀਗਾ, ਬਸ ਸਿੱਖ ਰਹੇ ਸੀ ਹੌਲੀ ਹੌਲੀ। ਸਲੋ ਐਂਡ ਸਟੱਡੀ ਚਾਹੇ ਕੰਮ ਚੱਲੇ, ਬਟ ਵਧੀਆ ਕੰਮ ਕਰੋ ਜਦੋਂ ਵੀ ਕਰੋ। ਸੋ ਤੁਹਾਡੀ ਪਿਕਚਰ ਹੈ ਨਾ ਪਿੱਛੇ, ਇੱਕ ਤੁਸੀਂ ਹੈਂਗ ਇੱਥੇ ਲਗਵਾਈ ਹੋਈ ਹੈ, ਸਿੱਧੂ ਹੁਣਾਂ ਨਾਲ ਤੁਹਾਡੀ ਪਿਕਚਰ ਜਿਹੜੀ ਹੈਗੀ ਹੈ, ਇਹ ਮੁਲਾਕਾਤ ਬਾਰੇ ਮੈਂ ਜਾਣਨਾ ਚਾਹੂੰਗੀ। ਸਿੱਧੂ ਮੂਸੇਵਾਲਾ ਪਹਿਲਾਂ ਤਾਂ ਮਤਲਬ ਕਿ ਬਹੁਤ ਫੈਨ ਰਿਹਾ, ਫੈਨ ਮੂਮੈਂਟ ਵੀ ਹੈ, ਕਿਉਂਕਿ ਉਹਨਾਂ ਦੇ ਗਾਣੇ ਸੁਣੇ ਮੈਂ, ਕਿਉਂਕਿ ਬੰਬੇ ਜਦੋਂ ਰਹਿੰਦੇ ਹੁੰਦੇ ਸੀ, ਤਾਂ ਜਦੋਂ ਵੀ ਘੱਟੋ ਘੱਟ ਮੈਂ ਤੁਹਾਨੂੰ ਦੱਸਦਾ 2-3 ਹਜ਼ਾਰ ਤੋਂ ਜ਼ਿਆਦਾ ਦੇ ਚੁੱਕੇ ਆਡੀਸ਼ਨ। ਤੇ ਜੇ ਤੁਸੀਂ 200-300 ਆਡੀਸ਼ਨ ਦੇਣੇ, ਤੁਹਾਡੀ ਇੱਕ 'ਚ ਸ਼ਾਇਦ ਸਿਲੈਕਸ਼ਨ ਹੁੰਦੀ ਹੈ, ਤਾਂ ਤੁਸੀਂ ਡੀਮੋਟਿਵ ਹੋ ਜਾਂਦੇ। ਤੇ ਉਹਨਾਂ ਦੇ ਸੌਂਗ ਇੰਨੇ ਮਤਲਬ ਉਹ ਸੀਗੇ, ਤਾਂ ਸਵੇਰੇ ਸੁਣਦੇ ਸੀ ਤੇ ਪੂਰੇ ਮੋਟੀਵੇਟ ਹੋ ਜਾਂਦੇ ਸੀ, ਨਹੀਂ ਯਾਰ ਆਪਾਂ ਕੰਮ ਕਰਨਾ ਹੈ। ਤੇ ਉਹੀ ਦੌਰਾਨ ਮੇਰਾ ਜਿਹੜਾ ਇਹਨਾਂ ਨਾਲ ਮੁਲਾਕਾਤ ਹੋਈ ਹੈ, ਮੈਂ TCS ਦਾ ਇੱਕ ਸੌਂਗ ਕਰ ਰਿਹਾ ਸੀਗਾ ਡਾਇਰੈਕਟ ਜੀ, ਤੇ ਮੈਂ ਨਾ ਹੋਸਟਲ ਆਇਆ ਹੋਇਆ ਸੀ ਯੂਨੀਵਰਸਿਟੀ, ਤੇ ਸਿੰਗਰ ਮੇਰੇ ਨਾਲ ਸੀਗਾ, ਮੁੰਡਾ ਨਾਲ ਫੋਟੋ ਲੱਗੀ ਹੋਈ ਹੈ, ਤੇ ਨਾਲ ਇੱਕ ਮੁੰਡਾ ਹੋਰ ਹੈ ਡਾਇਰੈਕਸ਼ਨ 'ਚ, ਕੁਦਰਤ, ਹਨਾ। ਤੇ ਉਹ ਪਾਰਕਿੰਗ 'ਚ ਖੜੇ, ਤੇ ਸਿੱਧੂ ਖੜੇ, ਤੇ ਨਾਲ ਦਾ ਮੁੰਡਾ ਕਹਿੰਦਾ ਉਹ ਸਿੱਧੂ ਬਾਈ, ਸਿੱਧੂ ਆਇਆ ਹੈ। ਮੈਂ ਕਿਹਾ ਉਹਨਾਂ ਨੇ ਇੱਥੇ ਕੀ ਕਰਨਾ, ਹਨਾ, ਕਿਉਂਕਿ ਉਹਨਾਂ ਦਾ ਉਸ ਟਾਈਮ ਚੜ੍ਹਾਈ ਹੋ ਚੁੱਕੀ ਸੀ ਪੂਰੀ, ਮਤਲਬ ਨਾ ਬਣ ਗਿਆ ਸੀ। ਫਿਰ ਮੈਂ ਦੇਖਿਆ, ਮੈਂ ਕਿਹਾ ਹਾਂ ਇੱਕ ਲੰਮਾ ਚੌੜਾ, ਮਤਲਬ 6 ਫੁੱਟ 2 ਇੰਚ ਤੇ ਕੱਦ ਦਾ ਬੰਦਾ। ਫਿਰ ਅਸੀਂ ਗਏ ਤੇ ਮੁਲਾਕਾਤ ਕੀਤੀ, ਕਹਿੰਦੇ ਕੀ ਹਾਲ ਚਾਲ ਹੈ? ਮੈਂ ਕਿਹਾ ਬਹੁਤ ਵਧੀਆ ਜੀ, ਤੁਸੀਂ ਸੁਣਾਓ? ਮੈਂ ਕਿਹਾ ਵੀ ਅਸੀਂ ਤੁਹਾਡੇ ਸੇਮ ਲਾਈਨ ਦੇ ਬੰਦੇ ਆ। ਤੇ ਉਹ ਬਹੁਤ ਖੁਸ਼ ਹੋਏ, ਕਹਿੰਦਾ ਯਾਰ ਮੈਂ 0 ਤੋਂ ਸ਼ੁਰੂ ਕੀਤਾ, ਹਨਾ, ਤੇ ਮਿਹਨਤ ਕੀਤੀ ਦੱਬ ਕੇ, ਤੇ ਅੱਜ ਨਾ ਬਣਿਆ, ਤੁਸੀਂ ਵੀ ਮਤਲਬ ਖਿੱਚ ਕੇ ਰੱਖੋ ਕੰਮ। ਉਹਨਾਂ ਜੱਫੀ ਪਾਈ, ਜੱਫੀ ਪਾਉਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਫੋਟੋ ਕਰਾਈ, ਫੋਟੋ ਕਰਾ ਕੇ ਫਿਰ ਉਹ ਚਲੇ ਗਏ। ਫਿਰ ਅਸੀਂ ਮਤਲਬ ਹੋਸਟਲ ਗਏ, ਤੇ ਉਹ ਮਤਲਬ ਇੰਨੀ ਕੁ ਮੋਟੀਵੇਸ਼ਨ ਮਿਲੀ ਕੰਮ ਦੀ। ਉਸ ਤੋਂ ਬਾਅਦ ਫਿਰ ਮੈਂ ਮੁੰਬਈ ਆਇਆ, ਫਿਰ ਮੈਂ ਮਿਹਨਤ ਕੀਤੀ, ਤੇ ਫਿਰ ਕੰਮ ਕੀਤਾ। ਤੇ ਮਤਲਬ ਇੱਕ
ਬਹੁਤ ਹੀ ਮਤਲਬ ਕਿ Positive ਪੋਜ਼ਿਟਿਵ ਇੱਕ ਮੋਟੀਵੇਸ਼ਨਲ ਮਤਲਬ ਚੀਜ਼ ਹੋਈ ਲਾਈਫ ਦੇ ਵਿੱਚ ਕਿ ਹਾਂ ਮੁਲਾਕਾਤ ਹੋਣੀ, ਉਹ ਵੀ ਇੱਕਦਮ ਹੋਣੀ। ਤਾਂ ਬਹੁਤ ਤੇ ਹੁਣ ਮੂਸਾ ਜੱਟ ਪ੍ਰੋਡਕਸ਼ਨ ਦੇ ਉਹ ਕਿਵੇਂ ਫਿਲਮ ਦਾ ਬਣਿਆ ਸਬਬ? ਉਹ ਆਪਣਾ ਫਰਾਈਡੇ ਰਸ਼ ਵਾਲੇ ਰੂਪਾਲੀ ਮੈਮ ਤੇ ਦੀਪਕ ਸਰ ਬਣਾ ਰਹੇ ਆ ਫਿਲਮ, ਤੇ ਉਹ ਮਤਲਬ ਕਿ ਉਹਦਾ ਸ਼ੂਟ ਚੱਲ ਰਿਹਾ ਸੀ ਮਾਨਸਾ, ਤੇ ਮੇਰਾ ਉਹਦੇ ਵਿੱਚ ਪੈਰਲਲ ਲੀਡ ਹੈ। ਤੇ ਮੈਂ ਆਈ ਥਿੰਕ ਜਦੋਂ ਗਿਆ ਉੱਥੇ ਤੇ ਉਹਨਾਂ ਨਾਲ ਗੱਲਬਾਤ ਹੋਈ, ਉਹ ਕਹਿੰਦੇ ਵੀ ਆਪਾਂ ਸ਼ੂਟ ਤੇ ਟੀਮ ਨੂੰ ਮਿਲਣ ਆਊਗਾ ਸਿੱਧੂ। ਅੱਛਾ, ਮਤਲਬ ਕਿ 4-5 ਦਿਨ ਬਾਅਦ ਆਣਾ ਸੀਗਾ। ਇਹ ਉਹਨਾਂ ਦੇ ਮਤਲਬ ਕਿ ਜਿਸ ਦਿਨ ਡੈਥ ਹੋਈ ਹੈ, ਮਤਲਬ ਉਦੋਂ 1-2 ਦਿਨ ਹੋ ਗਏ ਸੀ ਸ਼ੂਟ ਨੂੰ, ਮਈ ਦੀ ਗੱਲ ਹੀ ਹੈ। ਹਾਂਜੀ ਹਾਂਜੀ ਹਾਂਜੀ। ਤੇ ਉਦੋਂ ਬੜਾ ਸਾਰੀ ਟੀਮ ਨੂੰ ਚਾਹ ਸੀਗਾ ਕਿ ਅਸੀਂ ਮਿਲਾਂਗੇ ਹਨਾ, ਮਾਨਸਾ ਦੇ ਵਿੱਚ ਹੀ ਉਹਨਾਂ ਦੇ ਘਰ ਦੇ ਕੋਲ ਹੀ ਸ਼ੂਟ ਕਰ ਰਹੇ ਹਾਂ। ਤੇ ਬਸ ਇਹੀ ਸਬਬ ਰਿਹਾ। ਬਸ ਉਸ ਤੋਂ ਬਾਅਦ ਫਿਰ ਸ਼ੂਟ ਥੋੜਾ ਰੋਕਿਆ ਕਿਉਂਕਿ ਬਿਲਕੁਲ ਉਹਨਾਂ ਦੇ ਘਰੇ ਵੀ ਮੈਂ ਗਿਆ ਸੀਗਾ ਤੇ ਉਹ ਮਿਲੇ ਨਹੀਂ, ਉਹ ਕੀਰਤਪੁਰ ਸਾਹਿਬ ਗਏ ਹੋਏ ਸੀ, ਮਮ ਡੈਡ ਉਹਨਾਂ ਦੇ ਸਾਰੇ। ਤੇ ਉਸ ਤੋਂ ਬਾਅਦ ਫਿਰ ਅਸੀਂ ਸ਼ੂਟ ਰੋਕਿਆ, ਫਿਰ ਲੋਕ ਪਰਮਿਸ਼ਨਸ ਲਈ ਹੋਈ ਸੀ, ਸਾਰਾ ਕੰਮ ਕੀਤਾ ਹੋਇਆ ਸੀ, ਇਸ ਕਰਕੇ ਫਿਰ ਦੁਬਾਰਾ ਫਿਰ ਸ਼ੂਟ ਕੀਤਾ ਸੀ। ਕਦੇ ਇਦਾਂ ਨਹੀਂ ਜਦੋਂ ਸਿੱਧੂ ਨਾਲ ਇਹ ਹਾਦਸਾ ਵਾਪਰਦਾ ਹੈ ਨਾ, ਫਿਰ ਇਦਾਂ ਤਾਂ ਨਹੀਂ ਫੀਲ ਹੁੰਦਾ ਸੀ ਕਿ ਏਡੀ ਚੜ੍ਹਦੀ ਕਲਾ ਵਾਲਾ ਬੰਦਾ ਇੱਕ ਹੈ ਨਾ, ਉਹਦੇ ਨਾਲ ਇਹ ਮਤਲਬ ਹੋ ਗਿਆ? ਸੋ ਮਤਲਬ ਇਦਾਂ ਹੁੰਦਾ ਸੀ ਕਿ ਯਾਰ ਕੀ ਮਤਲਬ ਡੈਸਟੀਨੀ ਨੇ ਕੀ ਹੈ ਨਾ ਤੁਹਾਡੇ ਲਈ ਸੋਚਿਆ, ਤੁਹਾਨੂੰ ਵੀ ਨਹੀਂ ਪਤਾ ਹੁੰਦਾ। ਹਾਂਜੀ, ਮਤਲਬ ਹੁਣ ਕੀ ਸੀ ਕਿ ਹੁਣ ਬਹੁਤ ਮਤਲਬ ਕਿ ਇੱਕ ਲੈਵਲ ਤੇ ਪਹੁੰਚ ਗਏ ਸੀ, ਉਹਦਾ ਮਤਲਬ ਪੰਜਾਬ ਦਾ ਨਹੀਂ ਇੰਟਰਨੈਸ਼ਨਲ ਲੈਵਲ ਤੇ ਸੀਗਾ ਹਨਾ। ਮੈਂ ਬੇਸਿਕਲੀ ਮੁੰਬਈ ਰਹਿੰਦਾ ਸੀਗਾ ਉਸ ਟਾਈਮ ਤੇ ਹਨਾ, ਕੋਵਿਡ ਤੋਂ ਪਹਿਲਾਂ ਮੁੰਬਈ ਸੀਗਾ, ਤੇ ਉਸਦੇ ਆਸ-ਪਾਸ ਏਰੀਆ 'ਚ ਮਤਲਬ ਉਹਦੇ ਗਾਣੇ ਚੱਲਦੇ ਸੀ। ਪੰਜਾਬ 'ਚ ਤੇ ਕਿੰਨਾ ਪ੍ਰਭਾਵ ਹੋਊਗਾ ਹੀ ਹਨਾ। ਹਾਂ ਬਿਲਕੁਲ। ਤੇ ਜਿਹੜੇ ਪੰਜਾਬੀ ਜਾਣਦੇ ਵੀ ਨਹੀਂ, ਤੇ ਫਿਰ ਇੱਕ ਬਹੁਤ ਆਈ ਥਿੰਕ ਬਹੁਤ ਜ਼ਿਆਦਾ ਮੰਦਭਾਗਾ ਹੋਇਆ ਕਿ ਇੱਕਦਮ ਐਡਾ ਵਧੀਆ ਕਲਾਕਾਰ ਹਨਾ, ਤੇ ਉਹ ਲਾਈਫ ਦਾ ਕੁਛ ਪਤਾ ਹੀ ਨਹੀਂ ਕਿ ਇੱਕਦਮ ਕੀ ਚੀਜ਼ ਹੋ ਜਾਂਦੀ ਹੈ। ਤੇ ਉਹ ਬਾਰੇ ਮੈਨੂੰ ਲੱਗਦਾ ਉੱਭਰਨ ਨੂੰ ਟਾਈਮ ਲੱਗੂਗਾ ਚੀਜ਼ਾਂ ਨੂੰ। ਬਿਲਕੁਲ, ਔਰ ਇੰਡਸਟਰੀ ਨੂੰ ਵੀ ਕਿਉਂਕਿ ਵੱਡਾ ਘਾਟਾ ਹੈ, ਬਹੁਤ ਵੱਡਾ ਘਾਟਾ ਮੇਰਾ, ਮਤਲਬ ਕਿ ਉਹਨਾਂ ਨੇ ਇੱਕ ਮਤਲਬ ਨਾ ਉਸ ਲੈਵਲ ਤੱਕ, ਇੰਟਰਨੈਸ਼ਨਲ ਲੈਵਲ ਤੱਕ, ਮਤਲਬ ਗੋਰੇ ਕਾਲੇ ਵੀ, ਮਤਲਬ ਕਿ ਮੇਰਾ ਕਜ਼ਨ ਹੈ ਜਾਪਾਨ ਦੇ ਵਿੱਚ। ਅੱਛਾ। ਮੈਂ ਕਾਲ ਕਰ ਰਿਹਾ ਸੀ, ਉਹਨਾਂ ਵੀਡੀਓ ਕਾਲ ਚੱਲ ਰਹੀ ਸੀ, ਤੇ ਕਹਿੰਦਾ ਯਾਰ ਉਹਨਾਂ ਦੇ ਜਾਪਾਨ ਦੇ ਨਾ 1-2 ਕੋਵਰਕਰ ਸੀ, ਉਹ ਕਹਿੰਦੇ ਯਾਰ ਬੰਬੀਹਾ ਬੋਲੇ ਲਾਓ। ਅੱਛਾ। ਉੱਥੇ ਮਤਲਬ ਕਿ ਜਦੋਂ ਉਹਨਾਂ ਨੇ ਜਾਪਾਨੀਆਂ ਨੂੰ ਹਾਲ ਤਾਂ ਇੰਗਲਿਸ਼ ਵੀ ਨਹੀਂ ਆਉਂਦੀ ਸੀ ਚੰਗੀ ਤਰ੍ਹਾਂ, ਉਹ ਪੰਜਾਬੀ ਸੁਣ ਰਹੇ, ਉਹ ਸੁਣ ਰਹੇ ਸੀ। ਮੈਂ ਬੜਾ ਹੈਰਾਨ ਹੋਇਆ ਕਿ ਮੈਂ ਯਾਰ ਕਮਾਲ ਹੋ ਗਈ, ਮਤਲਬ ਕਿਆ ਬੰਦੇ ਨੇ ਕਿਆ ਮਤਲਬ ਖੱਟ ਕੇ ਗਿਆ ਲਾਈਫ 'ਚ। ਬਿਲਕੁਲ। ਸੋ ਮੈਨੂੰ ਲੱਗਦਾ ਕਿ ਹੈ ਨਾ ਇੱਕ ਆਰਟਿਸਟ ਜਿਹੜਾ ਹੈ ਨਾ, ਪਿਆਰ ਹੀ ਖੱਟਦਾ ਹੈ ਉਹ। ਹਾਂ, ਪਿਆਰ ਹੀ ਖੱਟਦਾ ਹੈ। ਹੋਰ ਚੀਜ਼ਾਂ ਤਾਂ ਮਤਲਬ ਨੋਰਮਲ ਹੁੰਦੀਆਂ ਕਿ ਘਰ ਬਣ ਗਿਆ ਜੀ ਚਲੋ, ਜਾਂ ਗੱਡੀ ਆ ਗਈ ਜਾਂ ਸ਼ੋਹਰਤ ਆ ਗਈ, ਵਧੀਆ ਖਾ ਲੋਗੇ ਪਹਿਨ ਲੋਗੇ, ਬਟ ਆਰਟਿਸਟ ਦੀ ਜਿਹੜੀ ਮੇਨ ਭੁੱਖ ਹੈ ਉਹਦਾ ਕੰਮ ਹੀ ਹੈ ਜੋ ਉਹ ਦਿੰਦਾ ਹੈ, ਮਤਲਬ ਆਡੀਅנס ਤੱਕ ਜੋ ਚੀਜ਼ ਪਹੁੰਚਦੀ ਹੈ, ਪਿਆਰ ਜੋ ਵੀ ਹੈ। ਬਿਲਕੁਲ। ਸੋ ਹੈਰੀ, ਅੱਗੇ ਜਿਹਦਾ ਜਗਜੀਤ ਹੋਣਾ ਨਾਲ ਤੁਹਾਡੇ ਹੋਰ ਪ੍ਰੋਜੈਕਟਸ ਵੀ ਹੈਗੇ ਜਿਹੜੇ ਅੱਗੇ ਤੁਸੀਂ ਕਰੋਗੇ ਇਕੱਠੇ? ਹਾਂਜੀ, ਹਾਲੇ ਕਦੀ ਪਲਾਨ ਕੀਤਾ ਕਿ ਸਾਰੇ ਬੈਚਮੇਟਸ ਜਿਹੜੇ ਹੈ ਨਾ ਉਹ ਇੱਕ ਕੁਝ ਪ੍ਰੋਜੈਕਟ ਕਰੀਏ? ਹਾਂਜੀ ਹਾਂਜੀ, ਹਾਲੇ ਇੱਕ ਫੁੱਲ ਮੂਨ ਕਰਕੇ ਫਿਲਮ ਹੈ, ਉਹਦੇ ਉਹ ਸ਼ੂਟ ਕੀਤੀ ਹੈ, ਧੀਰਜ, ਮੈਂ, ਜਗਜੀਤ ਅਸੀਂ ਹੈਗੇ। ਬਟ ਇੱਕ ਫੁੱਲ ਫਲੈਜ ਕੁਛ ਇੱਦਾਂ ਦਾ ਅਸੀਂ ਕਰ ਰਹੇ। ਪ੍ਰਦੀਪ ਚੀਮਾ ਵੀ ਹੈਗਾ, ਉਹਨੂੰ ਹੁਣ ਅਵਾਰਡ ਮਿਲਿਆ PTC ਦਾ, ਨੈਗੇਟਿਵ ਅਵਾਰਡ, ਉਹ ਵੀ ਸਾਡਾ ਬੈਚਮੇਟ ਹੈ। ਤੇ ਅਸੀਂ ਹੁਣ ਕੁਛ ਪਲਾਨ ਕਰ ਰਹੇ ਹਾਂ, ਮਤਲਬ ਅਸੀਂ ਲੱਗੇ ਹੋਏ ਹਾਂ। ਮਤਲਬ ਸਾਡਾ ਜਦੋਂ ਵੀ ਅਸੀਂ ਬਹਿੰਦੇ ਹਾਂ ਤਾਂ ਸਾਡਾ ਕ੍ਰੀਏਟਿਵ ਡਿਸਕਸ਼ਨ ਬਹੁਤ ਹੁੰਦੀ ਹੈ ਕਿ ਅਸੀਂ ਇੱਦਾਂ ਫਿਲਮ ਬਣਾ ਲਈ, ਕੁਛ ਨਵੀਂ ਚੀਜ਼ ਲੈ ਕੇ ਆਈਏ। ਤੂੰ ਰਾਈਟ, ਮੈਨੂੰ ਕਹਿੰਦੇ, ਤੂੰ ਮੈਨੂੰ ਫੌਜੀ ਕਹਿੰਦੇ, ਫੌਜੀ ਲਿਖ ਯਾਰ, ਤੂੰ ਕੁਛ ਕਰ ਯਾਰ, ਕੁਛ ਕਰੀਏ ਆਪਾਂ। ਤੇ ਹੁਣ ਰਿਵਰ ਆਈਲੈਂਡ ਸੀਗਾ, ਉਹਦੇ ਵਿੱਚ ਮੈਂ ਮਤਲਬ ਡਾਇਰੈਕਸ਼ਨ ਐਸੋਸੀਏਟ ਸੀਗਾ ਮੈਂ। ਸ਼ਾਰਟ ਫਿਲਮ ਆਈ ਹੈ ਜਗਜੀਤ ਦੀ ਜੀ, ਜਿਹੜੇ ਉਹਨਾਂ ਦੇ ਚੈਨਲ ਤੇ ਮੈਂ ਠੀਕ ਹੈ, ਪਾਣੀ ਨਹੀਂ ਖਤਮ ਹੋ ਜਾਂਦਾ, ਉਹ ਵਾਲੀ ਫਿਲਮ ਹੈ ਕਿ ਮੈਂ ਦੇਖੀ ਹੋਈ ਹੈ। ਇਹ ਪਤਾਲ ਲੋਕ ਟਾਈਮ ਅਸੀਂ ਬੰਬੇ ਆਇਆ ਸੀਗਾ ਮੇਰੇ ਕੋਲ ਜਗਜੀਤ। ਹਾਂਜੀ। ਤੇ ਅਸੀਂ ਇਕੱਠੇ ਵਿੱਚ ਜਦੋਂ ਮੈਂ ਫ੍ਰੀ ਹੁੰਦਾ ਸੀ, ਅਸੀਂ ਇਕੱਠੇ ਹੁੰਦੇ ਸੀ, ਡਿਸਕਸ਼ਨ ਕਰਦੇ ਸੀ। ਉਦੋਂ ਲਿਖਿਆ ਸੀ, ਉਦੋਂ ਇਹਦਾ ਨਾਮ ਸੀਗਾ ਪਾਣੀ ਪਾਣੀ ਹੋ ਗਈ ਮਿੱਤਰਾ। ਤੇ ਉਦੋਂ ਰਲ ਕੇ ਅਸੀਂ ਕੁਛ ਲਿਖਣਾ ਸ਼ੁਰੂ ਕੀਤਾ ਸੀਗਾ। ਤੇ ਫਿਰ ਉਹ ਬਣਦੇ ਹੁਣ ਆਇਆ, ਫਿਰ ਉਹਨੇ ਸ਼ੂਟ ਕੀਤਾ, ਬਾਅਦ 'ਚ ਮੈਨੂੰ ਕਾਲ ਕੀਤੀ, ਯਾਰ ਆਪਾਂ ਨਾ ਕਰਦੇ ਹਾਂ ਵੀ ਆਪਾਂ ਫ੍ਰੀ ਬੈਠੇ ਆਪਾਂ ਕੁਛ ਕਰਕੇ ਆਈਏ। ਮੈਂ ਕਿਹਾ ਚਲੋ ਠੀਕ ਹੈ। ਤੇ ਅਸੀਂ ਫਿਰ ਆਪਣਾ ਕਰੂ ਚੱਕਿਆ, 7-8 ਬੰਦਿਆਂ ਦਾ ਕਰੂ ਸੀਗਾ, ਧੀਰਜ ਵੀ ਨਾਲ ਸੀ। ਤੇ ਉਹ ਫਿਰ ਅਸੀਂ ਰਾਜਸਥਾਨ ਦੇ ਵਿੱਚ ਤਪਦੀ ਰੇਤ ਵਿੱਚ ਪੈਰ ਵੀ, ਹਾਂ ਪੈਰ ਤੇ ਵੀ, ਮਤਲਬ ਕਿ ਉੱਥੇ ਤੁਰ ਨਹੀਂ ਹੁੰਦਾ ਸੀ, ਇੰਨੀ ਗਰਮੀ ਸੀ। ਓਕੇ। ਤੇ ਉੱਥੇ ਸੱਚੀ ਪਾਣੀ ਹੈ ਨਹੀਂ ਸੀ। ਫਿਰ ਮਤਲਬ ਤੁਸੀਂ ਬਿਨਾਂ ਪਾਣੀ ਤੋਂ ਸ਼ੂਟ ਕੀਤਾ ਸੀ ਉੱਥੇ? ਹਾਂ, ਮਤਲਬ ਉਹ ਇੱਕ ਖੂਹ ਜਿਹੇ ਹੁੰਦੇ ਨੇ ਛੋਟੇ ਜਿਹੇ ਨਾ, ਉੱਥੇ ਮਤਲਬ ਕਿ
ਉੱਥੇ ਜਿਹੜੇ ਲੋਕਲ ਹੁੰਦੇ ਨੇ ਬੱਕਰੀਆਂ ਬੁਕਰੇ ਚਾਰਦੇ ਨੇ, ਉਹ ਕੱਢ ਕੇ ਆਪਣੇ ਵਾਸਤੇ ਪਾਣੀ ਲੈ ਕੇ ਆਏ, ਕਹਿੰਦਾ ਤੁਸੀਂ ਇਹ ਪੀਓ। ਅੱਛਾ। ਫਿਰ ਉੱਥੇ ਹੀ ਚਾਹ ਵੀ ਫਿਰ ਬੱਕਰੀ ਦੁੱਧ ਦੇ ਚਾਹ ਉਹਨਾਂ ਬਣਾ ਕੇ ਪਿਆਈ ਤੇ ਅਲੱਗ। ਬਟ ਉਹ ਮੁੱਦਾ ਵਾਕਈ ਹੈ ਨਾ ਕਿ ਮਤਲਬ ਜੇ ਸੋਚੀਏ ਕਿਉਂਕਿ ਪਾਣੀ ਕਹਿੰਦੇ ਕਿ ਇੰਨਾ % ਰਹਿ ਗਿਆ ਸਿਰਫ, ਹੈ ਨਾ, ਉਹ ਵਾਕਈ ਮੁੱਦਾ ਸੋਚਣ ਵਾਲਾ ਹੈ ਕਿ ਬਾਅਦ ਵਿੱਚ, ਹੈ ਨਾ, ਜੇ ਅੱਜ ਕੱਲ ਪੈਸੇ ਮੰਗਦੇ ਫਰੋਤੀ ਦੇ ਦੋ, ਕਹਿਣਗੇ ਪਾਣੀ ਦਿੱਤਾ, ਹੈ ਨਾ, ਬੋਤਲ ਦੇ ਜੋ ਇੰਨੀ ਬੋਤਲ। ਬਹੁਤ ਤਗੜੀ ਰਿਐਲਿਟੀ ਹੈ ਕਿਉਂਕਿ ਪਹਿਲਾਂ ਮੈਂ ਪਾਣੀ ਬਹੁਤ ਮਤਲਬ ਉੱਪਰ ਸੀਗੇ, ਹੁਣ ਲੈਵਲ ਬਹੁਤ ਥੱਲੇ ਜਾ ਰਿਹਾ। ਬਿਲਕੁਲ। ਤੇ ਬਹੁਤ ਵੇਸਟੇਜ ਹੁੰਦੀ ਹੈ, ਹਨਾ, ਕੋਈ ਟੂਟੀਆਂ ਛੱਡ ਦਿੰਦਾ, ਕੋਈ ਏਦਾਂ ਹੀ ਚਲਾਈ ਜਾਂਦਾ ਪਾਣੀ, ਗੱਡੀਆਂ ਧੋ ਰਿਹਾ ਬਾਰ-ਬਾਰ। ਤੇ ਹਾਲੇ ਪਤਾ ਨਹੀਂ ਹੈਗਾ, ਬਟ ਆਈ ਥਿੰਕ ਸੋ ਅੱਗੇ ਜਨਰੇਸ਼ਨ ਜਿਹੜੀ ਅੱਗੇ ਆਉਣ ਵਾਲੀ, ਉਹਨਾਂ ਨੂੰ ਬਹੁਤ ਦਿੱਕਤ ਆਉਣ ਵਾਲੀ ਹੈ। ਬਿਲਕੁਲ। ਸੋ ਹੈਰੀ, ਜ਼ਿਆਦਾ ਸਮਾਂ ਨਹੀਂ ਲਵਾਂਗੀ, ਬਟ ਇਹ ਜ਼ਰੂਰ ਹੁਣ ਪੁੱਛਣਾ ਚਾਹੂੰਗੀ, ਬਤੌਰ ਇੱਕ ਆਰਟਿਸਟ, ਹੈ ਨਾ, ਕਲਾਕਾਰ ਦੇ ਜ਼ਿਹਨ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਕਿ ਮੈਂ ਇਹ ਰੰਗ ਵੀ ਆਪਣਾ ਦਿਖਾਵਾਂ, ਇਹ ਸ਼ੇਡ ਜਿਹੜੀ ਹੈ ਲੋਕਾਂ ਨੂੰ, ਹੈ ਨਾ, ਦਿਖਣੀ ਚਾਹੀਦੀ ਹੈ ਮੇਰੇ ਕੰਮ ਦੇ ਥਰੂ। ਸੋ ਬਹੁਤ ਸਾਰੇ ਸੁਪਨੇ ਤੁਹਾਡੇ ਜਿਹੜੇ ਹੋਣਗੇ, ਜਿਹੜੇ ਕੁਝ ਹਜੇ ਪੂਰੇ ਹੋ ਗਏ ਹੋਣੇ, ਜਿਹੜੇ ਹੋਣ ਵਾਲੇ ਵੀ ਹੋਣੇ, ਬਟ ਹੋਰ ਕੀ ਸੋਚਿਆ ਹੋਇਆ ਹੈ ਤੁਸੀਂ ਕਿ ਕੀ ਕਰਨਾ ਚਾਹੁੰਦੇ ਹੋ ਇਸ ਇੰਡਸਟਰੀ ਦੇ ਲਈ, ਆਪਣੇ ਫਿਲਮ ਇੰਡਸਟਰੀ ਦੇ ਲਈ? ਬੇਸਿਕਲੀ ਮੇਰਾ ਜੋ ਮੇਨ ਇਰਾਦਾ ਹੈਗਾ ਹੈ, ਕਿਉਂਕਿ ਅਸੀਂ ਕਮਰਸ਼ੀਅਲ ਕੰਮ ਕਰ ਰਹੇ ਹਾਂ, ਵਧੀਆ ਕਰਨਾ ਵੀ ਚਾਹੁੰਦੇ ਹਾਂ, ਬਟ ਇੱਕ ਕੁਝ ਅਲੱਗ ਲੈ ਕੇ ਆਈਏ ਇੰਡਸਟਰੀ ਦੇ ਵਿੱਚ, ਕੁਝ ਮਤਲਬ ਕਿ ਜਿਵੇਂ ਕੋਈ ਚੀਜ਼, ਜਿਵੇਂ ਹੁਣ ਆਪਾਂ ਫਿਲਮਾਂ ਦੇਖ ਰਹੇ ਹਾਂ ਅੱਜ ਕੱਲ੍ਹ ਕਮਰਸ਼ੀਅਲ ਆ ਰਹੀਆਂ ਨੇ, ਜਿਵੇਂ ਕਿ ਵਿਆਹ ਤੇ ਬਣ ਗਈ ਫਿਲਮ ਜਾਂ ਉਸ ਤੇ ਬਣ ਗਈ, ਬਟ ਮੈਂ ਚਾਹੁੰਦਾ ਕਿ ਕੋਈ ਫਿਲਮ ਆਪਾਂ ਜਿਵੇਂ ਪੰਜਾਬ ਦੇ ਮੁੱਦੇ ਹੋ ਗਏ, ਹਨਾ, ਰਿਐਲਿਟੀ ਦੇ ਮੁੱਦੇ ਹੋ ਗਏ, ਇੱਕ ਅਲੱਗ, ਜਿਵੇਂ ਸਾਊਥ ਦੀ ਹੁਣ ਇੰਡਸਟਰੀ ਜਾ ਰਹੀ ਹੈ, ਅਲੱਗ-ਅਲੱਗ ਕਨਸੈਪਟ ਲੈ ਕੇ ਆ ਰਹੀ ਹੈ, ਹਨਾ, ਹਾਲੀਵੁੱਡ ਵੀ ਕੰਮ ਹੋ ਰਿਹਾ, ਤਾਂ ਇਸ ਟਾਈਪ ਦਾ ਕੁਝ ਬਹੁਤ ਹੀ ਯੂਨੀਕ ਕੰਮ ਆਪਾਂ ਕਰੀਏ ਤੇ ਇੱਕ ਮਾਣ ਹੋਵੇ ਮਤਲਬ ਇੰਡਸਟਰੀ ਨੂੰ ਕਿ ਹਾਂ ਹੁਣ ਕੁਝ ਅਸੀਂ ਕੋਈ ਨਵੀਂ ਚੀਜ਼ ਦੇਖੀਏ। ਜਿਵੇਂ ਹੁਣ ਸਾਊਥ ਦੀ ਫਿਲਮਾਂ ਨੂੰ ਦੇਖਦੇ ਆ ਲੋਕ, ਹੈ ਨਾ, ਔਰ ਉਹਦੀ ਨੈਟਵਰਥ ਇਤਨੀ ਜ਼ਿਆਦਾ ਹੋ ਗਈ ਹੈ ਕਿ ਉਹਦਾ ਕਾਰਨ ਇਹੀ ਹੈ ਕਿ ਉਹ ਨਵੀਂ ਚੀਜ਼ ਲੈ ਕੇ ਆਉਂਦੇ, ਇੱਕ ਉਹ ਕਲਚਰ ਨਾਲ ਜੁੜੇ ਰਹਿੰਦੇ ਨੇ। ਜਿਵੇਂ ਪੁਸ਼ਪਾ ਆਈ ਹੈ ਫਿਲਮ, ਹਨਾ, ਹੁਣ ਬਾਹੂਬਲੀ ਆਈ, ਕਾਂਤਾਰਾ ਨੇ, ਹਾਂ, ਰਿਸ਼ਭ ਸ਼ੈਟੀ, ਬਿਲਕੁਲ ਬਾਕਮਾਲ, ਏਦਾਂ ਦਾ ਕੁਝ ਮਤਲਬ ਕਰਨਾ ਚਾਹਨਾ, ਮੇਰੀ ਇੱਛਾ ਹੈ ਕਿ ਮਤਲਬ ਕਿ ਅਲੱਗ ਲੈ ਕੇ ਆਈਏ, ਲੋਕਾਂ ਨੂੰ ਕੁਝ ਜੋ ਚੀਜ਼ਾਂ ਹਾਲੇ ਤੱਕ ਨਹੀਂ ਪਹੁੰਚ ਪਾਈਆਂ ਉਹ ਚੀਜ਼ ਬਣਾਈਏ। ਬਾਕੀ ਤਾਂ ਕਮਰਸ਼ੀਅਲ ਕੰਮ ਕਰ ਹੀ ਰਹੇ ਹਾਂ। ਬਿਲਕੁਲ, ਮੈਨੂੰ ਉਮੀਦ ਵੀ ਹੈ ਕਿ ਤੁਸੀਂ ਕਰੋਗੇ ਜ਼ਰੂਰ। ਹਾਂਜੀ, ਬਿਲਕੁਲ ਲੱਗੇ ਹੋਏ ਆ, ਮਤਲਬ ਸਾਰੀ ਟੀਮ ਲੱਗੀ ਹੋਈ ਹੈ ਜੀ, ਤੇ ਵਧੀਆ ਲੱਗ ਰਿਹਾ ਕਿ ਸਾਰੇ ਇੱਕ ਦੂਜੇ ਨੂੰ ਸਪੋਰਟ ਕਰ ਰਹੇ ਆ, ਕੁਝ ਨਾ ਕੁਝ ਆਈਡੀਆ, ਕੁਝ ਨਾ ਕੁਝ ਇੱਕ ਦੂਜੇ ਨੂੰ ਕਹਿ ਰਹੇ ਕਿ ਤੁਸੀਂ ਕਰੋ, ਤੇ ਬਹੁਤ ਜਲਦ ਆਈ ਥਿੰਕ ਮੈਨੂੰ ਲੱਗਦਾ ਕਿ ਅਸੀਂ ਕਰਾਂਗੇ ਜੀ। ਥੈਂਕ ਯੂ ਸੋ ਮਚ ਹੈਰੀ, ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਉਮੀਦ ਕਰਦੇ ਹਾਂ ਕਿ ਜਦੋਂ ਅਗਲੀ ਵਾਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਉਦੋਂ ਤੱਕ ਤੁਹਾਡੀ ਡਿਪਲੋਮੈਟ ਜਿਹੜੀ ਰਿਲੀਜ਼ ਹੋ ਗਈ ਹੋਊਗੀ, ਹੈ ਨਾ, ਉਸ ਤੋਂ ਇਲਾਵਾ ਹੋਰ ਜਿਹੜੇ ਪ੍ਰੋਜੈਕਟਸ ਹੈ ਤੁਸੀਂ, ਆਪਾਂ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਥੈਂਕ ਯੂ ਸੋ ਮਚ ਐਂਡ ਵਿਸ਼ ਯੂ ਗੁੱਡ ਲੱਕ। ਤੁਹਾਡਾ ਜੌਨ ਦੇ ਨਾਲ ਜਿਹੜਾ ਪ੍ਰੋਜੈਕਟ ਹੈ ਡਿਪਲੋਮੈਟ, ਉਹਨੂੰ ਅੱਛੀ ਸਕਸੈਸ ਮਿਲੇ, ਜਿਹੜੇ ਹੋਰ ਆਉਣ ਵਾਲੇ ਪ੍ਰੋਜੈਕਟਸ ਚਾਹੇ ਤੁਸੀਂ ਐਜ਼ ਅ ਡਾਇਰੈਕਟਰ ਕਰੋ ਜਾਂ ਐਜ਼ ਐਨ ਐਕਟਰ ਕਰੋ, ਉਸ ਨੂੰ ਬਹੁਤ ਜ਼ਿਆਦਾ ਅੱਛਾ ਪਿਆਰ ਜਿਹੜਾ ਰਿਸਪੌਂਸ ਮਿਲੇ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਸਾਡੇ ਵਿਊਅਰਸ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ ਜਾਂਦੇ? ਹਾਂਜੀ, ਵਿਊਅਰਸ ਮੈਂ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਜਿਹੜੇ ਵੀ ਨਵੇਂ ਆਰਟਿਸਟ ਆ ਰਹੇ ਨੇ, ਜਿਹੜੇ ਵੀ ਨਵੇਂ ਪ੍ਰੋਜੈਕਟਸ ਆ ਰਹੇ ਨੇ, ਤੁਸੀਂ ਉਹਨੂੰ ਪਿਆਰ ਦਿਓ। ਤੁਸੀਂ ਕੁਝ ਅਲੱਗ ਸਿਨੇਮਾ ਹੋ ਰਿਹਾ ਤੇ ਉਹਦੇ ਵੱਲ ਧਿਆਨ ਦਿਓ, ਉਹਦੇ ਵੱਲ ਵੀ ਥੋੜ੍ਹਾ ਜਿਹਾ ਉਹਨਾਂ ਦਾ ਸਾਥ ਦਿਓ, ਕਿਉਂਕਿ ਤੁਹਾਡੇ ਸਾਥ ਨਾਲ ਹੀ ਕੁਝ ਨਵੀਂ ਚੀਜ਼ ਆਊਗੀ ਕਿ ਤੁਸੀਂ ਸਪੋਰਟ ਕਰੋਗੇ। ਬਿਲਕੁਲ। ਤੁਹਾਨੂੰ ਲੱਗਦਾ ਕਿ ਆਡੀਅנס ਦੇਖ ਰਹੀ ਹੈ ਹੁਣ ਵੱਖਰੀ ਚੀਜ਼ਾਂ, ਤੁਹਾਨੂੰ ਇਹ ਫੀਲ ਹੁੰਦਾ? ਹਾਂਜੀ, ਬਹੁਤ, ਕਿਉਂਕਿ ਹੁਣ ਜਿੰਨੇ ਵੀ ਨੈਟਫਲਿਕਸ, ਐਮਾਜ਼ੋਨ ਜਾਂ ਜਿੰਨੇ ਕੁਝ ਫਿਲਮਸ ਆ ਰਹੀਆਂ ਨੇ, ਉਹ ਸਾਰੀਆਂ ਉਹੀ ਚੱਲ ਰਹੀਆਂ ਨੇ, ਮਤਲਬ ਆਲਮੋਸਟ 70-80% ਜੋ ਨਵੀਂ ਹੈ, ਨਵੀਂ ਸਟੋਰੀ ਹੈ, ਨਵਾਂ ਕੰਟੈਂਟ ਹੈ। ਤੇ ਆਡੀਅנס ਦੀ ਹੁਣ ਕੀ ਹੈ ਕਿ ਕੋਵਿਡ ਦੇ ਵਿੱਚ ਨਾ ਭੁੱਖ ਵੱਧ ਗਈ ਹੈ, ਸਾਨੂੰ ਨਵੀਂ ਚੀਜ਼ ਚਾਹੀਦੀ, ਇਸ ਕਰਕੇ ਮੈਨੂੰ ਲੱਗਦਾ ਕਿ ਉਹ ਟਾਈਮ ਆ ਗਿਆ ਕਿ ਹੁਣ ਅਸੀਂ ਕੁਝ ਵਧੀਆ ਜਾਂ ਕੁਝ ਨਵਾਂ ਲੈ ਕੇ ਆਈਏ ਜੀ। ਤੁਹਾਡੇ ਵਰਗੇ ਜਿਹੜੇ ਆਰਟਿਸਟ ਮੈਨੂੰ ਲੱਗਦਾ ਉਹਨਾਂ ਨੂੰ ਡਟੇ ਰਹਿਣਾ ਚਾਹੀਦਾ, ਤਾਂ ਹੀ ਜਿਹੜੀ ਹੈ ਨਾ ਤੁਹਾਡਾ ਟੇਸਟ ਜਿਹੜਾ ਚੇਂਜ ਹੋ ਸਕਦਾ ਇੰਡਸਟਰੀ ਦਾ। ਥੈਂਕ ਯੂ ਸੋ ਮਚ ਹੈਰੀ। ਥੈਂਕ ਯੂ। ਸੋ ਇਸ ਸਾਡੇ ਨਾਲ ਹੈਰੀ ਚੌਹਾਨ। ਉਮੀਦ ਕਰਦੇ ਹਾਂ ਤੁਹਾਨੂੰ ਇੰਟਰਵਿਊ ਵਧੀਆ ਲੱਗੀ ਹੋਵੇਗੀ। ਸੋ ਹੈਰੀ ਨੇ ਬਹੁਤ ਵਧੀਆ ਕੰਮ ਕੀਤਾ ਹੈ ਹੁਣ ਤੱਕ ਔਰ ਬਹੁਤ ਪ੍ਰੋਮਿਸਿੰਗ ਐਕਟਰ ਹੈ, ਡਾਇਰੈਕਟਰ ਹੈ। ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਅੱਛੇ ਪ੍ਰੋਜੈਕਟਸ, ਅੱਛਾ ਕੰਟੈਂਟ ਜਿਹੜਾ ਹੈ ਸਾਡੀ ਆਡੀਅנס ਲਈ ਲੈ ਕੇ ਆਉਣਗੇ। ਅਗਲੀ ਵਾਰ ਮਿਲਦੇ ਹਾਂ। ਟਿਲ ਦੈਨ ਮੀ, ਦਿਸ ਇਜ਼ ਨੇਹਾ ਮਨਹਾਸ ਸਾਈਨਿੰਗ ਆਫ। ਬਾਏ, ਟਾਟਾ।